ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਦਰ ਕਰਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ। ਧੰਨ ਧੰਨ ਗੁਰੂ ਨਾਨਕ ਸਾਹਿਬ ਹਜ਼ੂਰ, ਕਿਰਪਾ ਕਰਨੀ ਪਾਤਸ਼ਾਹ ਜੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਨੰਦ ਸਾਹਿਬ ਦੀ ਬਾਣੀ ਦੇ ਦਰਸ਼ਨ ਕਰ ਰਹੇ ਹਾਂ। ਆਨੰਦ ਦੀ ਬਾਣੀ ਜੀਵਨ ਦੇ ਸਿਖਰ ਦੀ ਵਿਚਾਰ ਹੈ। ਉਸ ਆਨੰਦ ਦੀ ਵਿਚਾਰ ਹੈ ਜਿਹਦੀ ਕੋਈ ਕੰਡੀਸ਼ਨ ਨਹੀਂ ਹੈ। ਗੁਰੂ ਨੂੰ ਮਿਲਣਾ ਹੀ ਬਸ ਇੱਕ ਕੰਡੀਸ਼ਨ ਹੈ। ਗੁਰੂ ਸਾਨੂੰ ਜੀਵਨ ਬਾਰੇ ਕੀ ਸਿਖਾਉਂਦਾ ਹੈ, ਕੀ ਦੱਸਦਾ ਹੈ ਇਸ ਬਾਣੀ ਦੀ ਵਿਚਾਰ ਰਾਹੀਂ। ਗੁਰੂ ਅਮਰਦਾਸ ਪਾਤਸ਼ਾਹ ਕੀ ਸਮਝਾ ਰਹੇ ਹਨ ਜੀਵਨ ਬਾਰੇ। ਨਿਰਮਲਤਾ ਕੀ ਹੈ ਜੀਵਨ ਦੀ, ਕਿਹੜੀ ਕੰਡੀਸ਼ਨ ਹੈ ਮਨ ਦੀ ਜਿਹਦੇ 'ਚ ਮਨ ਨਿਰਮਲ ਹੈ। ਜਦੋਂ ਇਹ ਪ੍ਰਸ਼ਨ ਉੱਠਦਾ ਹੈ ਤੇ ਬਾ ਦਫਾ ਮੇਰਾ ਮਨ ਵਿਚਾਰਾਂ ਵੱਲ ਹੀ ਜਾਂਦਾ ਹੈ। ਮਾੜੀਆਂ ਵਿਚਾਰਾਂ ਨਾ ਹੋਣ ਤਾਂ ਮਨ ਨਿਰਮਲ ਹੈ, ਮੈਂ ਸੋਚਦਾ ਹਾਂ। ਪਰ ਕੀ ਹੈ ਠੀਕ ਹੈ? ਉਹ ਕਿਹੜੀਆਂ ਮਾੜੀਆਂ ਵਿਚਾਰਾਂ ਹਨ? ਉਹ ਕਿਸ ਨੇ ਕੰਡੀਸ਼ਨਸ ਬਣਾਈਆਂ ਹਨ ਜਿਸ ਨਾਲ ਮੈਂ ਜੱਜ ਕਰਦਾ ਹਾਂ ਕਿ ਇਹ ਮਾੜੀਆਂ ਨੇ ਔਰ ਇਹ ਚੰਗੀਆਂ ਨੇ? ਬਾ ਦਫਾ ਉਹ ਬਾਣੀ ਤੋਂ ਨਹੀਂ ਆਉਂਦੀਆਂ, ਉਹ ਮੇਰੀ ਕੰਡੀਸ਼ਨਿੰਗ ਤੋਂ ਆਉਂਦੀਆਂ ਹਨ। ਤਾਂ ਨਿਰਮਲਤਾ ਬਾਰੇ ਵੀ ਮੇਰੇ ਮਨ ਵਿੱਚ ਕਈ ਇਹੋ ਜਿਹੀ ਸੋਚਾਂ ਨੇ ਜਿਹੜੀ ਸ਼ਾਇਦ ਸਮਝਣ ਦੀ ਲੋੜ ਹੈ। ਗੁਰੂ ਦੀ ਕਸੌਟੀ 'ਤੇ ਮਨ ਸ਼ੁੱਧ ਕਦੋਂ ਹੁੰਦਾ ਹੈ ਔਰ ਸ਼ੁੱਧਤਾ ਦਾ ਮਤਲਬ ਕੀ ਹੈ? ਇਸ ਜੀਵਨ ਦੇ ਵਿੱਚ ਮੇਰਾ ਮੁੱਖ ਕਿਸ ਤਰਫ ਹੈ? ਕੀ ਕਮਾਣਾ ਹੈ ਇਸ ਜੀਵਨ 'ਚੋਂ ਮਹਾਰਾਜ? ਇਹ ਜੀਵਨ ਦਰਅਸਲ ਹੈ ਕੀ? ਆਣਾ ਔਰ ਜਾਣਾ, ਇੱਥੇ ਕੁਝ ਕੰਮ ਕਰਨਾ, ਪਰਿਵਾਰ ਪਾਲਣੇ, ਇਹ ਜੀਵਨ ਹੈ? ਅਗਰ ਇਹ ਜੀਵਨ ਹੈ ਤੇ ਫਿਰ ਜਾਣਾ ਕਿੱਥੇ ਹੈ? ਉਸ ਜਾਣ ਤੇ ਬਾਅਦ ਕੀ ਹੋਏਗਾ? ਜਦ ਮੈਂ ਇਹਨਾਂ ਚੀਜ਼ਾਂ ਨੂੰ ਵਿਚਾਰਾਂਗਾ ਤਾਂ ਹੀ ਮੈਂ ਸਮਝਾਂਗਾ ਜੀਵਨ ਹੈ ਕੀ, ਜਾਂ ਮੈਂ ਸਮਝਣ ਦਾ ਯਤਨ ਕਰਾਂਗਾ ਤਾਂ ਮੈਂ ਉਸ ਪਾਸੇ ਟੁਰਾਂਗਾ ਜਿਹਦੇ ਨਾਲ ਮੈਨੂੰ ਪੂਰੀ ਪਿਕਚਰ ਸ਼ਾਇਦ ਦੇਖਣ ਦਾ ਜਿਗਿਆਸਾ ਉੱਠੇ। ਗੁਰਬਾਣੀ ਫਿਰ ਰੈਲੇਵੈਂਟ ਹੋ ਜਾਏਗੀ। ਫਿਰ ਮੈਂ ਉਹ ਪ੍ਰਸ਼ਨ ਪੁੱਛਾਂਗਾ ਜਿਹੜਾ ਤਤ ਗਿਆਨ ਹੈ। ਗੁਰਬਾਣੀ ਤਤ ਗਿਆਨ ਦੱਸਦੀ ਹੈ। ਕਈ ਵਾਰ ਮੈਂ ਸੋਚਦਾ ਹਾਂ ਕਿ ਇਹ ਪ੍ਰਸ਼ਨ ਉੱਠਣਾ ਜ਼ਰੂਰੀ ਹੈ ਮਨ ਵਿੱਚ। ਕੀ ਜ਼ਿਆਦਾ ਜ਼ਰੂਰੀ ਹੈ, ਇਹ ਮਾਤ ਲੋਕ ਜਾਂ ਫਿਰ ਇਸ ਤੋਂ ਬਾਅਦ ਜਿਹੜਾ ਜੀਵਨ ਹੈ, ਕਿਹੜਾ ਜ਼ਿਆਦਾ ਜ਼ਰੂਰੀ ਹੈ? ਇਹ ਬੜਾ ਗੂੜਾ ਕੁਐਸਚਨ ਹੈ ਔਰ ਮੈਨੂੰ ਲੱਗਦਾ ਹੈ ਅਸੀਂ ਸਾਰੇ ਇਸ ਨਾਲ ਉਲਝਦੇ ਹਾਂ, ਜਾਂ ਸ਼ਾਇਦ ਨਹੀਂ ਵੀ ਉਲਝ ਪਾਉਂਦੇ, ਕਿਉਂਕਿ ਅੱਜ ਕੱਲ੍ਹ ਦਾ ਰੋਜ਼ਮर्रा ਦਾ ਜੀਵਨ ਇਤਨੀ ਸ਼ਕਤੀ ਲੈ ਲੈਂਦਾ ਹੈ ਕਿ ਕੁਝ ਵਿਚਾਰਨ ਦੀ ਸ਼ਕਤੀ ਬਚਦੀ ਹੀ ਨਹੀਂ ਬਾਕੀ ਵਾਸਤੇ। ਇੱਕ ਟ੍ਰੈਜਡੀ ਹੈ ਔਰ ਇਸ ਟ੍ਰੈਜਡੀ ਨੂੰ ਅਸੀਂ ਸਾਰੇ ਜੀ ਰਹੇ ਹਾਂ। ਸੋਚਣ ਦੀ ਲੋੜ ਹੈ, ਮੌਤ ਤੋਂ ਬਾਅਦ ਮੇਰੇ ਕੋਲ ਕੀ ਹੈ? ਗੁਰੂ ਇਸ ਪੌੜੀ ਵਿੱਚ ਕਾਫੀ ਡੂੰਘੀ ਵਿਚਾਰਾਂ ਕਰਦਾ ਹੈ। ਗੁਰੂ ਰੋਜ਼ ਹੀ ਕਰਦੇ ਹਨ। ਅੱਜ ਇੱਕ ਹੋਰ ਸ਼ਬਦ ਲਿਆ ਰਹੇ ਹਨ ਬਾਣੀ ਦੇ ਨਾਲ ਸਾਹਮਣੇ, ਰਤਨ ਦੀ ਗੱਲ ਕਰਦੇ ਹਨ। ਜੀਵਨ ਦੇ ਵਿੱਚ ਇੱਕ ਰਤਨ ਹੈ। ਉਹ ਕੀ ਰਤਨ ਹੈ ਮਹਾਰਾਜ? ਕੀ ਮੈਂ ਉਸ ਰਤਨ ਨੂੰ ਪਾ ਸਕਦਾ ਹਾਂ? ਕੀ ਮੈਂ ਉਸ ਰਤਨ ਨੂੰ ਜਾਣ ਸਕਦਾ ਹਾਂ? ਔਰ ਨਾ ਜਾਣਾਂਗਾ ਤਾਂ ਕੀ ਹੋਏਗਾ, ਔਰ ਜਾਣ ਲਵਾਂਗਾ ਤਾਂ ਕੀ ਹੋਏਗਾ? ਇਹ ਵਿਚਾਰ ਸਾਨੂੰ ਕਰਨੀ ਬਣਦੀ ਹੈ। ਗੁਰੂ ਅੱਜ ਸਮਝਾਣਗੇ। ਇਹ 20ਵੀਂ ਪੌੜੀ ਦੇ ਦਰਸ਼ਨ ਗੁਰੂ ਅਮਰਦਾਸ ਮਹਾਰਾਜ ਦੀ ਆਨੰਦ ਦੀ ਬਾਣੀ ਦੇ ਦਰਸ਼ਨ ਹਨ।
ਗੋਬਿੰਦਵਾਲ ਸਾਹਿਬ ਦਾ ਇਹ ਗੁਰੂ ਅਚਰਜ ਖੇਡ ਵਰਤਾਉਂਦਾ ਹੈ। ਦੁਨੀਆ ਵਿੱਚ ਕਿਸੇ ਗੁਰੂ ਨੇ ਆਨੰਦ ਦੀ ਬਾਣੀ ਤੇ ਉੱਤੇ ਟ੍ਰੀਟੀਜ਼ ਨਹੀਂ ਪਾਈ ਹੈ ਸਾਡੇ ਸਾਹਮਣੇ। ਆਨੰਦ ਜੀਵਨ ਦਾ ਕਿੱਥੇ ਹੈ? ਲੋਕ ਗੱਲ ਕਰਦੇ ਹਨ ਉਸ ਆਨੰਦ ਬਾਰੇ। ਕੋਈ ਕਹਿੰਦੇ ਹਨ ਬਿਨਾਂ ਗੁਰੂ ਦੇ ਪਾਇਆ ਜਾਏਗਾ, ਕੋਈ ਕਹਿੰਦੇ ਹਨ ਗੁਰੂ ਜ਼ਰੂਰੀ ਹੈ। ਪਰ ਕਿਸ ਨੇ ਪਾਇਆ? ਕਿਸ ਨੇ ਗੁਰੂ ਉਹ ਜਾਣਿਆ ਜਿਹਦੇ ਨਾਲ ਆਨੰਦ ਮਿਲਿਆ? ਇਹਦੀ ਕਸੌਟੀ ਕੀ ਹੈ? ਹਾਊ ਵੀ ਵਿਲ ਨੋ? ਹਾਊ ਦੀ ਅਦਰ ਇਜ਼ ਨਾਟ ਇੰਪੋਰਟੈਂਟ, ਹਾਊ ਆਈ ਵਿਲ ਅਚੀਵ। ਮੈਂ ਕਦੋਂ ਜਾਣ ਲਵਾਂਗਾ? ਉਹਦੇ ਨਾਲ ਹੀ ਮੇਰਾ ਉਧਾਰ ਹੈ। ਦੂਸਰੇ ਦੇ ਜਾਣਨਾ ਜਾਂ ਨਾ ਜਾਣਨ ਨਾਲ ਮੈਨੂੰ ਕਿੰਨਾ ਕੁ ਫਰਕ ਪੈਂਦਾ ਹੈ। ਗੁਰੂ ਅਮਰਦਾਸ ਮਹਾਰਾਜ ਦਾ ਪਿਆਰਾ ਸ਼ਬਦ ਹੈ ਨਿਰਮਲ। ਅੱਜ ਇਹਦੀ ਵਿਚਾਰ 'ਚ ਉਤਰਾਂਗੇ। ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹਦੇ, ਮੈਂ ਮਾਫੀ ਚਾਹੁੰਦਾ ਹਾਂ ਸਮੇਂ ਲਈ। ਇਹ ਬਾਰ-ਬਾਰ ਸਮੇਂ, ਕਿਉਂਕਿ ਮੇਰੇ ਕੋਲ ਬੜੇ ਰੁਝਾਨ ਹੋਰ ਵੀ ਹਨ, ਇਸ ਕਰਕੇ ਮੈਂ ਦੇਰ ਸਵੇਰ ਕਰ ਰਿਹਾ ਆਪ ਨਾਲ। ਇਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਹਾਂ। ਇਸ ਪਦੇ ਨੂੰ ਪੜ੍ਹੀਏ 2 ਵਾਰ, ਫਿਰ ਇਹਦੀ ਵਿਚਾਰ 'ਚ ਉਤਰੀਏ, ਗੁਰੂ ਦੇ ਦਰਸ਼ਨਾਂ ਨੂੰ ਚੱਲੀਏ, ਗੁਰੂ ਦੇ ਚਰਨ ਮਿਲ ਜਾਣ, ਪ੍ਰਤੱਖ ਹੋ ਜਾਏ। ਇਹ ਅਰਦਾਸ ਹੈ ਮਹਾਰਾਜ। ਧੰਨਵਾਦ। ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ। ਧੰਨਵਾਦ ਵੀਰ। ਪਿਛਲੀ ਪੌੜੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਬਾਹਰ ਦੀ ਨਿਰਮਲਤਾ ਜ਼ਰੂਰੀ ਨਹੀਂ ਹੈ, ਜਾਂ ਬਾਹਰ ਦੀ ਨਿਰਮਲਤਾ ਨਾਲ ਮਨ ਦਾ ਸ਼ੁੱਧਤਾ ਦੀ ਕੋਈ ਗਾਰੰਟੀ ਨਹੀਂ ਹੈ। ਮਨ ਸ਼ੁੱਧ ਹੋਏਗਾ ਔਰ ਮਨ ਦੀ ਸ਼ੁੱਧਤਾ ਹੀ ਜੀਵਨ ਦੇ ਅਧਿਆਤਮਿਕ ਜੀਵਨ ਦਾ ਆਰੰਭ ਹੈ, ਔਰ ਇਸੇ ਦਾ ਗਿਆਨ ਇਸ ਜੀਵਨ ਦੇ ਪੰਖ ਖੋਲ੍ਹਦਾ ਹੈ, ਪਹਿਲੂ ਖੋਲ੍ਹਦਾ ਹੈ। ਮਨ ਦੀ ਨਿਰਮਲਤਾ ਕੀ ਹੈ? ਇਹ ਬੜਾ ਵੱਡਾ ਵਿਚਾਰ ਹੈ। ਗੁਰੂ ਕਹਿੰਦਾ ਹੈ ਜੀਵੋ ਨਿਰਮਲ, ਬਾਹਰੋਂ ਨਿਰਮਲ। ਇਹ ਦੂਸਰਾ ਪੱਖ ਗੁਰੂ ਹਾਜ਼ਰ ਕਰ ਰਿਹਾ ਹੈ। ਪਿਛਲਾ ਪੱਖ ਦੱਸਦਾ ਹੈ ਕਿ ਕੌਣ ਫੇਲ ਹੁੰਦੇ ਹਨ ਜੀਵਨ ਵਿੱਚ। ਇਸ ਪੌੜੀ ਵਿੱਚ ਗੁਰੂ ਦੱਸਦਾ ਹੈ ਕਿਹਨਾਂ ਨੂੰ ਜੀਵਨ ਦਾ ਤੱਤ ਪਤਾ ਲੱਗਦਾ ਹੈ, ਜੀਵਨ ਦਾ ਕਰਕਸ ਜਾਣ ਸਕਦੇ ਹਾਂ ਅਸੀਂ ਮਹਾਰਾਜ। ਇਹ ਇੱਕ ਐਕਸਪੀਰੀਅੰਸ ਹੈ ਜੀਵਨ। ਇਹਦੇ 'ਚੋਂ ਪੁੰਨ ਔਰ ਪਾਪ ਅਸੀਂ ਕਮਾਉਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ। ਇਹ ਸਿਰਫ ਆਖਣ ਦੀ ਗੱਲਾਂ ਨਹੀਂ ਹਨ, ਕਰ ਕਰ ਕਰਨਾ ਲਿਖ ਲੈ ਜਾਏ। ਇਹਦੇ ਨਾਲ ਅਸੀਂ ਆਪਣੇ ਮਨ ਦੇ ਵਿੱਚ ਲਿਖ ਕੇ ਲਿਜਾ ਰਹੇ ਹਾਂ, ਬੀਜ ਪਾ ਰਹੇ ਹਾਂ ਜੀਵਨ ਦੇ ਵਿੱਚ, ਸਾਡੇ ਫਿਊਚਰ ਦਾ, ਡੈਸਟਨੀ ਦਾ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇੱਕ ਆਵਾਗਮਨ ਦਾ ਚੱਕਰ ਅਸੀਂ ਸ਼ੁਰੂ ਕਰ ਦਿੱਤਾ ਹੈ ਔਰ ਉਹਦੇ ਵਿੱਚ ਹੀ ਅਸੀਂ ਚੱਲ ਰਹੇ ਹਾਂ। ਪਰ ਜੀਵਨ ਦਾ ਇੱਕ ਹੋਰ ਪਹਿਲੂ ਹੈ। ਅਗਰ ਇਹ ਪ੍ਰਸ਼ਨ ਹੈ ਜੀਵਨ ਦਾ, ਤਾਂ ਇਹਦਾ ਆਨਸਰ ਵੀ ਗੁਰੂ ਦੇ ਰਿਹਾ ਹੈ। ਗੁਰੂ ਕਹਿੰਦਾ ਹੈ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਇਹ ਕਿਹੜਾ ਘੜਨਾ ਹੈ ਮਹਾਰਾਜ? ਇਹ ਕਿਸ ਚੀਜ਼ ਨੂੰ ਘੜਿਆ ਜਾਣਾ ਹੈ ਔਰ ਕਿਸ ਨਾਲ? ਜਪਜੀ ਸਾਹਿਬ ਵਿੱਚ ਗੁਰੂ ਨੇ ਇੱਕ, ਜਦੋਂ ਅਸੀਂ ਖੰਡਾਂ ਦੀ ਗੱਲ ਕਰਦੇ ਹਾਂ ਤਾਂ ਸ਼ਰਮ ਖੰਡ ਦੀ ਬਾਣੀ ਦੀ ਗੱਲ ਕੀਤੀ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘੜਤ ਘੜੀਏ ਬਹੁਤ ਅਨੂਪ। ਇੱਥੇ ਘੜਨ ਦੀ ਗੱਲ ਹੋ ਰਹੀ ਹੈ ਕੁਛ।
ਕੀ ਘੜਿਆ ਜਾਏਗਾ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇਹ ਸਭ ਮਨ ਦੇ ਹੀ ਪਹਿਲੂ ਹਨ। ਸੁਰਤ ਇਕਾਗਰ ਮਨ ਹੈ, ਮਤ ਹੈ, ਮਨ ਹੈ ਔਰ ਬੁੱਧੀ ਹੈ। ਇਹ ਸਭ ਘੜਿਆ ਜਾ ਰਿਹਾ ਹੈ। ਕਿਸ ਨਾਲ ਘੜਿਆ ਜਾਏਗਾ ਮਹਾਰਾਜ। ਤਿੱਥੇ ਘੜੀਏ ਸੁਰਾ ਸਿੱਧਾਂ ਕੀ ਸੁਧ। ਜਿਸਨੇ ਸਾਧ ਲਿਆ ਹੈ ਮਨ ਨੂੰ, ਉਹਦਾ ਮਨ ਬਾਣੀ ਨਾਲ ਘੜਿਆ ਜਾਂਦਾ ਹੈ ਹਜੂਰ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਮੈਨੂੰ ਲੱਗਦਾ ਹੈ ਜੀਵਨ ਦਾ ਇਹ ਪ੍ਰਸ਼ਨ ਮੂਲ ਪ੍ਰਸ਼ਨ ਹੈ ਕਿ ਮੈਂ ਆਪਣੇ ਮਨ ਨੂੰ ਘੜਦਾ ਹਾਂ ਬਾਣੀ ਨਾਲ, ਜਾਂ ਫਿਰ ਮੈਂ ਇਸ ਦੇ ਬਹਾਵ ਵਿੱਚ ਹੀ ਬਹਿ ਜਾ ਰਿਹਾ ਹਾਂ। ਮੇਰੀ ਮਨ ਵਿੱਚ ਹਜ਼ਾਰਾਂ ਲੱਖਾਂ ਥਾਟਸ ਆ ਰਹੀਆਂ ਹਨ, ਅਨੇਕਾਂ ਹੀ ਗਲਤ ਫਜ਼ੂਲ ਵੇਨ ਥਿੰਕਿੰਗ। ਬਜ਼ੁਰਗ ਬਾਬਾ ਜੀ ਸਮਝਾਉਂਦੇ ਸਨ ਕਿ ਵੇਨ ਥਿੰਕਿੰਗ ਵਿੱਚ ਮਨ ਚੱਲਦਾ ਹੈ। ਮਨ ਇੱਕ ਟੂਲ ਹੈ ਜਿਹਨੂੰ ਮੈਨੂੰ ਵਰਤਣਾ ਹੈ, ਪਰ ਮਨ ਮੈਨੂੰ ਵਰਤ ਰਿਹਾ ਹੈ। ਕੋਈ ਥਾਟ ਆਉਂਦੀ ਹੈ, ਮੈਂ ਉਸ ਨੂੰ ਆਇਡੈਂਟੀਫਾਈ ਕਰ ਲੈਂਦਾ ਹਾਂ, ਮੇਰੀ ਥਾਟ ਹੈ, ਬਸ ਉਹ ਮੈਨੂੰ ਬਹਾ ਕੇ ਲੈ ਜਾਂਦੀ ਹੈ। ਫਿਰ ਮੈਂ ਅਨੇਕਾਂ ਹੀ ਇਸ਼ੂਜ਼ ਦੇ ਵਿੱਚ ਡਿਵਾਈਡ ਹੋਇਆ ਫਿਰਦਾ ਹਾਂ। ਸਵੇਰ ਤੋਂ ਸ਼ਾਮ ਕਿਤਨੇ ਮੈਂ ਕੰਮ ਕਾਜ ਇੰਟਰੈਕਸ਼ਨਸ ਵਿੱਚ ਆਪਣੇ ਮਨ ਔਰ ਧਿਆਨ ਨੂੰ ਵੰਡ ਰਿਹਾ ਹਾਂ। ਪਰ ਅਗਰ ਮੈਂ ਇੱਕ ਇੱਕ ਕਰਕੇ ਨਾ ਸਭ ਨੂੰ ਖਤਮ ਕਰ ਦਿਆਂ, ਫਿਜ਼ੀਕਲੀ ਨਹੀਂ ਪਰ ਮਨ ਵਿੱਚ, ਯਾਨੀ ਮਨ ਨੂੰ ਇਕਾਗਰ ਕਰਨ ਦੀ ਬਿਰਤੀ ਹੋਏ ਮੇਰੇ ਵਿੱਚ, ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਸਾਵਧਾਨ ਇਕਾਗਰ ਚੀਤ। ਇਹ ਬਿਰਤੀ ਜਿਹਦੇ ਨਾਲ ਘੜਿਆ ਜਾਏਗਾ ਮਨ। ਕਿਉਂ ਘੜਿਆ ਜਾਏਗਾ ਮਹਾਰਾਜ। ਇੱਕ ਪੱਥਰ ਨੂੰ ਤਰਾਸ਼ਿਆ ਜਾਂਦਾ ਹੈ, ਫਿਰ ਉਸ ਚੋਂ ਮੂਰਤੀ ਨਿਕਲਦੀ ਹੈ। ਜੋ ਅਨਵਾਂਟਿਡ ਹੈ ਉਹ ਨਿਕਲ ਗਿਆ ਹੈ। ਇਟਲੀ ਦਾ ਇੱਕ ਬੜਾ ਫੇਮਸ ਆਰਟਿਸਟ ਹੋਇਆ ਮਾਈਕਲ ਐਂਜਲੋ। ਉਹ ਕਹਿੰਦਾ ਸੀ, ਮੈਂ ਤੇ ਮੂਰਤੀ ਦਾ ਜੋ ਪੱਥਰ ਦੇ ਵਿੱਚ ਜੋ ਨਹੀਂ ਲੋੜ ਹੈ ਸਿਰਫ ਉਸ ਨੂੰ ਕੱਢਦਾ ਹਾਂ, ਮੂਰਤੀ ਤੇ ਆਪਣੇ ਆਪ ਨਿਕਲ ਆਉਂਦੀ ਹੈ। ਕਿਸ ਨੂੰ ਘੜਿਆ ਜਾਏਗਾ ਮਨ ਵਿੱਚ। ਕੀ ਹੈ ਬੈਗੇਜ ਮੇਰੇ ਕੋਲ ਜਿਹੜਾ ਮੇਰੇ ਤੋਂ ਲੈ ਲਿਆ ਜਾਏਗਾ ਔਰ ਮੈਂ ਉਹਦੇ 'ਚ ਸੁਧਾਰ ਹੋ ਜਾਏਗੀ ਮੇਰੇ ਮਨ ਦੇ ਵਿੱਚ। ਵਾਟ ਐਮ ਆਈ ਕੈਰਿੰਗ ਵਿਦ ਮੀ। ਗੁਰੂ ਕਹਿੰਦਾ ਆਪੇ ਬੀਜ ਆਪੇ ਹੀ ਖਾਓ। ਇਹ ਬੀਜ ਕਿਸ ਨੇ ਬੋਏ ਹਨ। ਹਉਮੈ ਨੇ ਬੋਏ ਹਨ ਮਹਾਰਾਜ। ਹਉਮੈ ਔਰ ਤ੍ਰਿਸ਼ਨਾ ਦੇ ਬੀਜ ਬੋਏ ਹਨ ਮੇਰੇ ਮਨ ਵਿੱਚ। ਐਟੀਟਿਊਡ ਆਫ ਲਾਈਫ ਹੈ, ਅਪਰੋਚ ਆਫ ਲਾਈਫ ਹੈ। ਗੁਰੂ ਨਾਨਕ ਸਾਹਿਬ ਮਨ ਦੀ ਸ਼ੁੱਧਤਾ ਦੀ ਗੱਲ ਕਰਦੇ ਹਨ। ਮਨ ਦੀ ਸ਼ੁੱਧਤਾ ਹੈ ਕੀ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਇਹ ਨਦਰ ਦੀ ਖੇਡ ਹੈ। ਇਹਦੇ ਵਿੱਚ ਗੁਰੂ ਦਾ ਪਿਆਰ ਲੋੜ ਹੈ ਮਹਾਰਾਜ। ਕਿਤਨੇ ਨੇੜੇ ਹਾਂ ਗੁਰੂ ਦੇ ਪ੍ਰੇਮ ਦੇ ਅਸੀਂ। ਕਿਤਨਾ ਮੇਰੇ ਮਨ ਵਿੱਚ ਗੁਰੂ ਦਾ ਪ੍ਰੇਮ ਹੈ। ਕਿਤਨੇ ਰੌਂਗਟੇ ਖੜੇ ਹੋ ਜਾਂਦੇ ਹਨ ਗੁਰੂ ਦਾ ਨਾਂ ਸੁਣਦੇ। ਕਿਤਨੇ ਹੀ ਆਂਸੂ ਆ ਜਾਂਦੇ ਹਨ। ਇਹ ਸਭ ਲੋੜ ਹਨ ਮਹਾਰਾਜ ਇਸ ਰਸਤੇ ਵਿੱਚ, ਕਿਉਂਕਿ ਫਿਜ਼ੀਕਲ ਦੀ ਪਕੜ ਬੜੀ ਡੀਪ ਹੈ ਜੀਵਨ ਵਿੱਚ। ਇਹ ਜਿਹੜਾ ਰੋਜ਼ਮਰਰਾ ਦਾ ਜੀਵਨ ਹੈ ਮੈਨੂੰ ਗਾਲਦਾ ਹੈ, ਨਾਲ ਨਾਲ ਪਕੜ ਕੇ ਮੇਰੇ ਜੀਵਨ ਦੀ ਐਨਰਜੀ ਨੂੰ ਮੇਰੇ ਤੋਂ ਤਰਸ ਕਰਦਾ ਹੈ। ਔਰ ਇਹ ਕਿਸੇ ਨੂੰ ਮੈਂ ਬਲੇਮ ਨਹੀਂ ਕਰ ਸਕਦਾ, ਮੇਰੀਆਂ ਚੋਇਸਿਸ ਹਨ। ਮੈਂ ਲੱਭ ਕੀ ਰਿਹਾ ਹਾਂ ਔਰ ਕਰ ਕੀ ਰਿਹਾ ਹਾਂ, ਇਹ ਬੜਾ ਵੱਡਾ ਵਿਚਾਰ ਹੈ ਮਹਾਰਾਜ। ਜੀਵਨ ਦਾ ਆਨੰਦ ਕਿੱਥੇ ਹੈ। ਇਸ ਬਾਹਰਲੇ ਜੀਵਨ ਵਿੱਚ ਹੈ ਜਾਂ ਨਹੀਂ ਹੈ, ਇਹਦਾ ਕੌਣ ਜਵਾਬ ਦੇਗਾ। ਇਹ ਮਨ ਦੀ ਨਿਰਮਲਤਾ ਹੈ ਕੀ। ਇਹ ਵਿਚਾਰਾਂ ਵਾਲਾ ਜੀਵਨ ਹੈ ਜਿੱਥੇ ਵਿਚਾਰ ਸ਼ੁੱਧ ਹੋ ਜਾਣਗੇ। ਮਾਡਰਨ ਸੋਸਾਇਟੀ ਵਿੱਚ ਦੋ ਟ੍ਰਿਗਰਸ ਹਨ। ਇੱਕ ਤਾਂ ਸੈਕਸ਼ੂਅਲ ਐਨਰਜੀ ਟ੍ਰਿਗਰ ਹੈ, ਮੋਟੀਵੇਸ਼ਨਲ ਐਨਰਜੀ, ਫਰੋਇਡ ਕਹਿੰਦਾ ਹੈ ਪ੍ਰਾਈਮਲ ਐਨਰਜੀ ਹੈ। ਔਰ ਇੱਕ ਦੂਸਰਾ ਸਟਿਮੂਲੈਂਟ ਹੈ ਜਿਹੜਾ ਘਟ ਗਿਆ ਹੈ ਬੜਾ ਸੋਸਾਇਟੀ ਦੇ ਵਿੱਚ, ਉਹ ਹੈ ਮੌਤ ਦਾ ਡਰ। ਉਹ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਉਹ ਉਹੋ ਜਿਹੀ ਸੁਸਾਇਟੀਜ਼ ਵਿੱਚ ਹੈ ਜਿੱਥੇ ਡਿਸਟਰੈਕਸ਼ਨਸ ਘੱਟ ਨੇ।
ਜਿੱਥੇ ਜੀਵਨ ਔਰ ਉਹਦਾ ਅੰਤ ਸਾਹਮਣੇ ਨਜ਼ਰ ਆਉਂਦਾ ਹੈ। ਸਾਡੇ ਵਰਗੇ ਜੀਵਨ ਵਿੱਚ ਨੈਟਫਲਿਕਸ ਵਿੱਚ ਹੀ ਬਹਿ ਜਾਂਦਾ ਹੈ ਸ਼ਾਮ ਨੂੰ। ਸਾਰਾ ਦਿਨ ਕੰਮ ਕੀਤਾ, ਸ਼ਾਮ ਨੂੰ ਨੈਟਫਲਿਕਸ ਜਾਂ 2 ਪੈਗ ਲਗਾ ਕੇ ਖਤਮ ਹੋ ਗਈ ਗੱਲ। ਇਹ ਦਿਨ ਹੌਲੇ ਹੌਲੇ ਖਤਮ ਹੋ ਰਿਹਾ ਹੈ। ਇਹਦੀ ਵਿਚਾਰ ਮੇਰੇ ਨਾਲ ਹੁੰਦੀ ਹੀ ਨਹੀਂ ਹੈ। ਕੌਣ ਵਿਚਾਰਦਾ ਹੈ? ਇੱਕ ਦਿਨ ਨਿਕਲ ਗਿਆ, ਮੇਰੇ ਜੀਵਨ ਦਾ ਇੱਕ ਦਿਨ ਕੱਟ ਗਿਆ। ਅਸੀਂ ਇਹ ਸੋਚਦੇ ਹਾਂ ਜੀਵਨ ਸਦਾ ਲਈ ਹੈ। ਸਾਇਰਸ ਮਿਸਤਰੀ ਇੰਨਾ ਵੱਡਾ ਤਨਾੜ ਇੰਡਸਟਰੀਲਿਸਟ ਹੈ, ਬਹੁਤ ਪੈਸੇ ਵਾਲੇ ਇਨਫਲੂਐਂਸ਼ੀਅਲ ਲੋਕ ਹਨ। ਮੌਤ ਦਾ ਕੀ ਪਤਾ ਹੈ ਕਾਰਨ ਕਿੱਥੋਂ ਹੁੰਦੇ ਹਨ। ਮੈਂ ਪਹਾੜਾਂ ਵਿੱਚ ਜਾਂਦਾ ਹਾਂ, ਕੱਲ ਖਬਰ ਆਈ ਪੱਥਰ ਗਿਰਿਆ ਗੱਡੀ ਦੇ ਉੱਪਰ, ਮੁਰਾਦਾਬਾਦ ਦਾ ਇੱਕ ਜਨ ਉਹਦੇ ਵਿੱਚ ਹੀ ਗ੍ਰਸਤ ਹੋ ਗਿਆ। ਨਾਲ ਬੈਠੇ ਵਾਲੇ ਕਹਿੰਦੇ ਹਨ ਗੂਗਲ ਨੇ ਗਲਤ ਰਸਤਾ ਦੱਸ ਦਿੱਤਾ ਸੀ। ਇਹ ਗੂਗਲ ਦਾ ਰਸਤਾ ਗਲਤ ਥੋੜ੍ਹੀ ਹੈ। ਮੌਤ ਨੇ ਲਿਜਾਣਾ ਹੈ, ਉਸਨੇ ਸਹੀ ਰਸਤੇ ਵਿੱਚ ਪਾ ਦੇਣਾ ਹੈ। ਸਮਾਂ ਹੈ, ਆਪਣੇ ਬੀਜ ਹਨ। ਕਰਮ ਦੇ ਅਨੁਸਾਰ ਜੀਵਨ ਖਤਮ ਹੋ ਰਿਹਾ ਹੈ। ਲਾਈਨ ਹੁਣ ਕਿੱਥੇ ਹੋਰ ਜਾ ਰਹੀ ਹੈ। ਉਸ ਹੁਕਮ ਨੇ ਵਰਤਣਾ ਹੈ। ਇਹ ਹੁਕਮ ਹੀ ਵਰਤ ਰਿਹਾ ਹੈ ਮੇਰੇ ਜੀਵਨ ਵਿੱਚ। ਮੈਨੂੰ ਗਿਆਨ ਨਹੀਂ ਹੈ ਇਸ ਹੁਕਮ ਦਾ, ਕਿਉਂਕਿ ਹਉਮੈ ਵਿੱਚ ਜਿੰਦਾ ਹਾਂ। ਔਰ ਹਉਮੈ ਵਿੱਚ ਜੀਣ ਵਾਲੇ ਨੂੰ ਮਨ ਨੂੰ ਡਿਸਟਰੈਕਟ ਕਰਦੇ ਰਹਿਣਾ ਹੈ, ਨਹੀਂ ਤਾਂ ਮਨ ਸ਼ਾਂਤ ਹੋ ਕੇ ਗਿਆਨ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਅਸੀਂ ਆਪਣੇ ਆਲੇ ਦੁਆਲੇ ਡਿਸਟਰੈਕਸ਼ਨਸ ਕ੍ਰੀਏਟ ਕਰਦੇ ਹਾਂ। ਫਿਰ ਲੋਕ ਜਦੋਂ ਡਿਸਟਰੈਕਟ ਨਹੀਂ ਹੁੰਦੇ, ਬੋਰ ਹੁੰਦੇ ਹਨ। ਜੀਵਨ ਦੇ ਤੱਤ ਵਿੱਚ ਤਾਂ ਆਨੰਦ ਹੈ, ਗੁਰੂ ਅਮਰਦਾਸ ਕਹਿੰਦੇ ਹਨ। ਫਿਰ ਬੋਰ ਕਿਸ ਤਰ੍ਹਾਂ ਹੁੰਦਾ ਹੈ ਇਨਸਾਨ? ਟੁੱਟਿਆ ਮਨ ਬੋਰ ਹੁੰਦਾ ਹੈ। ਉਸ ਨੂੰ ਚਾਹੀਦਾ ਹੈ ਕੁਝ ਮਸਾਲਾ। ਤਾਂ ਫਿਰ ਇਹ ਅਗਰ ਪ੍ਰਸ਼ਨ ਪੁੱਛਾਂਗੇ ਕਿ ਮਨ ਦੀ ਨਿਰਮਲਤਾ ਕੀ ਹੈ, ਤਾਂ ਉਹਦਾ ਜਵਾਬ ਕੀ ਬਣੇਗਾ? ਮੈਨੂੰ ਲੱਗਦਾ ਹੈ ਉਹਦਾ ਜਵਾਬ ਬਣੇਗਾ ਜੁੜਿਆ ਹੋਇਆ ਮਨ ਨਿਰਮਲ ਹੈ। ਜੋ ਟੁੱਟ ਗਿਆ ਔਰ ਵਿਚਾਰ ਵਿੱਚ ਗਿਰ ਗਿਆ, ਉਹ ਨਿਰਮਲ ਨਹੀਂ ਹੈ ਮਹਾਰਾਜ। ਬੜੀ ਦੂਰ ਦੀ ਗੱਲ ਹੈ, ਪਰ ਉਤਨੀ ਹੀ ਨੇੜੇ ਹੈ। ਜੀਵਨ ਬਦਲਣ ਵਾਲੀ ਵਿਚਾਰ ਹੈ ਹਜੂਰ। ਜੀਣਾ ਹੈ, ਹਾਰ ਕੇ ਜਾਣਾ ਹੈ ਕਿ ਜਿੱਤ ਕੇ ਜਾਣਾ ਹੈ, ਪ੍ਰਸ਼ਨ ਕਿਹਦੇ ਕੋਲ ਹੈ? ਇਹ ਕਿਸਨੇ ਪੁੱਛਣਾ ਹੈ ਔਰ ਕਿਸਨੇ ਦੱਸਣਾ ਹੈ? ਪੁੱਛ ਹੀ ਕੋਈ ਨਹੀਂ ਰਿਹਾ ਤਾਂ ਦੱਸੇਗਾ ਕੌਣ? ਔਰ ਅਗਰ ਕਿਸੇ ਨੇ ਪੁੱਛ ਲਿਆ ਔਰ ਇਕਾਗਰ ਹੋ ਕੇ 2 ਆਂਸੂ ਟਪਕ ਗਏ, ਤਾਂ ਕੁਝ ਜੁੜਨ ਦੀ ਗੱਲ ਬਣ ਗਈ ਮਹਾਰਾਜ। ਇਮੋਸ਼ਨਸ ਆਰ ਦ ਲੰਗਸ ਆਫ ਲਾਈਫ। ਗੁਰੂ ਤੇ ਪ੍ਰੇਮ ਨੂੰ ਉਡੀਕਦਾ ਹੈ ਮਹਾਰਾਜ। ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੀ ਬਹੁਤ ਪਿਆਰੀ ਕਥਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬਹੁਤ ਪਿਆਰੀ ਕਥਾ ਹੈ। ਇੱਕ ਬੱਚਾ ਅਨਾਰਥ ਹੋ ਗਿਆ, ਉਹਦੇ ਆਲੇ ਦੁਆਲੇ ਲੋਕਾਂ ਨੇ ਸਾਰੇ ਘਰ ਦੇ ਗਹਿਣੇ ਜਵਾਹਰਾਤ ਸਭ ਖੋਲੇ, ਕੁਛ ਨਹੀਂ ਰਹਿ ਗਿਆ, ਬੰਦੀ ਬਣ ਗਿਆ। ਗੁਰੂ ਦੇ ਸਿੱਖਾਂ ਦੀ ਟੋਲੀ ਜਾ ਰਹੀ ਸੀ। ਉਸ ਨੂੰ ਯਾਦ ਆਇਆ ਕਿ ਉਹਦੇ ਪਿਤਾ ਔਰ ਮਾਤਾ ਵੀ ਸਿੱਖ ਸਨ। ਉਹਦੇ ਕੋਲ ਇੱਕ ਕੌਡੀ ਸੀ, ਉਹਨੇ ਗੁਰੂ ਦੇ ਸਿੱਖਾਂ ਨੂੰ ਦੇ ਦਿੱਤੀ। ਮਹਾਰਾਜ ਕੋਲ ਪਹੁੰਚਾ ਦੇਣਾ, ਇੱਕ ਅਰਦਾਸ ਹੈ ਮਨ ਵਿੱਚ। ਗੁਰੂ ਦੇ ਦਰਬਾਰ ਤੇ ਉਹ ਸਿੱਖ ਪਹੁੰਚੇ। ਉਹਨਾਂ ਨੇ ਕੌਡੀ ਗੁਰੂ ਦੇ ਅੱਗੇ ਰੱਖੀ। ਕਥਾ ਇਹ ਦੱਸਦੀ ਹੈ ਕਿ ਉਸ ਬੱਚੇ ਦਾ ਜਿਹੜਾ ਮਾਲਕ ਸੀ, ਉਹ ਇੱਕ ਖੂਹ ਦੇ ਉੱਤੇ ਖੜਾ ਸੀ। ਖੂਹ ਦੀ ਦੀਵਾਰ ਡਿੱਗ ਪਈ, ਉਹ ਵਿੱਚ ਹੀ ਗ੍ਰਸਤ ਹੋ ਗਿਆ। ਮਾਲਕ ਨਹੀਂ ਰਿਹਾ, ਬੱਚਾ ਆਜ਼ਾਦ ਹੋ ਗਿਆ। ਭਾਈ ਗੁਰਦਾਸ ਨੇ ਇਹ ਕਥਾ ਇਸ ਸ਼ਬਦ ਦੇ ਰਾਹੀਂ ਪ੍ਰਗਟ ਕੀਤੀ ਹੈ। ਅਸੀਂ ਵੀ ਅਨਾਰਥੀ ਹਾਂ ਇੱਕ ਤਰ੍ਹਾਂ ਨਾਲ।
ਅਧਿਆਤਮ ਦਾ ਗਿਆਨ ਨਹੀਂ ਹੈ, ਉਹ ਅਨਾਰਥ ਹੀ ਹੈ ਇਸ ਜੀਵਨ ਵਿੱਚ। ਅਸੀਂ ਸੋਚਦੇ ਹਾਂ ਸਾਨੂੰ ਗਿਆਨ ਹੈ। ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਨੂੰ ਨਹੀਂ ਚੇਤਦਾ ਹਾਂ, ਸੋਚਦਾ ਹਾਂ ਮੈਨੂੰ ਗਿਆਨ ਹੋ ਗਿਆ ਹੈ, ਔਨ ਦਾ ਜੌਬ ਟ੍ਰੇਨਿੰਗ ਲੈ ਲਈ ਹੈ, ਮੈਨੂੰ ਲੱਗਦਾ ਹੈ ਜੀਵਨ ਸਮਝ ਗਿਆ ਹੈ ਕੀ ਹੈ। ਸਾਡੇ ਕੋਲ ਵੀ ਕੌਡੀ ਹੈ ਮਹਾਰਾਜ, ਪਰ ਗੁਰੂ ਇੱਕ ਗੱਲ ਕਰਦੇ ਹਨ ਨਾਲ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ। ਭਾਈ ਗੁਰਦਾਸ ਕਹਿੰਦੇ ਹਨ ਕਿ ਭਾਵਨਾ ਨਾਲ ਉਹ ਕੌਡੀ ਰੱਖੀ ਜਾਏ ਤਾਂ ਗੁਰੂ ਸਭ ਕੁਝ, ਸਾਰੀ ਦੁਨੀਆ ਦਾ, ਸ੍ਰਿਸ਼ਟੀ ਦਾ ਖਜ਼ਾਨਾ ਦੇ ਦਿੰਦਾ ਹੈ ਆਪਣੇ ਸਿੱਖ ਨੂੰ। ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਏ। ਗੁਰੂ ਕਿਧਰ ਨਹੀਂ ਗਿਆ ਹੈ, ਮੈਂ ਹੀ ਪ੍ਰਸ਼ਨ ਪੁੱਛਣੇ ਛੱਡ ਦਿੱਤੇ ਹਨ। ਮੈਂ ਹੀ ਜੀਵਨ ਨੂੰ ਦੀ ਕਨਫਿਊਜ਼ਨ ਵਿੱਚ ਬਹਿ ਗਿਆ ਹਾਂ। ਸਹਿਸਾ ਹੈ ਮੇਰੇ ਮਨ ਵਿੱਚ ਮਹਾਰਾਜ, एनर्जी सैप हो गई है। अंधकूप में पतित विकराल, नानक काढ़ लो प्रभ दयाल। करतार करुणा में दीन बेनती करे, मैनू जीवन समझा दिओ की है, ਇਹਦਾ ਕੀ ਰਸਤਾ ਹੈ ਹਜੂਰ। ਗੁਰੂ ਅਮਰਦਾਸ ਪਾਤਸ਼ਾਹ ਨਿਰਮਲਤਾ ਦੀ ਗੱਲ ਕਰਦੇ ਹਨ ਅੱਜ। ਇਹ ਨਿਰਮਲਤਾ ਕਿਹੜੀ ਹੈ? ਮਨ ਨਿਰਮਲ ਨਾਮ ਧਿਆਈਏ ਤਾਂ ਪਾਏ ਮੋਖ ਦੁਆਰ। ਨਾਮ ਬੜੀ ਵਾਰ ਸੁਣਿਆ ਹੈ ਸ਼ਬਦ ਨਾਮ। ਕਿਵੇਂ ਨਾਮ ਜਪਾਂਗਾ ਹਜੂਰ? ਕਿਵੇਂ ਆਪ ਨਾਲ ਮਿਲਣ ਹੋਏਗਾ? ਗੁਰੂ ਕਹਿੰਦੇ ਹਨ ਨਿਰਮਲ ਨਾਮ ਵਸਿਆ ਮਨ ਆਏ, ਮਨ ਤਾਂ ਨਿਰਮਲ ਮਾਇਆ ਮੋਹ ਗਵਾਏ। ਜਦੋਂ ਮਨ ਵਿੱਚ ਨਾਮ ਵਸੇਗਾ ਤਾਂ ਇਹ ਜਿਹੜਾ ਕੂੜ ਹੈ ਉਹ ਬਹਿ ਜਾਏਗਾ, ਮਨ ਨਿਰਮਲ ਹੋਵੇਗਾ, ਮਾਇਆ ਤੋਂ ਵਿਛੋੜਾ ਹੋ ਜਾਏਗਾ। ਇਹ ਜੀਵਨ ਬਾਹਰੋਂ ਬਦਲੀ ਨਹੀਂ ਹੋਏਗਾ, ਅੰਦਰੋਂ ਦੇਖਣ ਦਾ ਪਰਸਪੈਕਟਿਵ ਬਦਲ ਜਾਏਗਾ, ਗਰਾਊਂਡ ਆਫ ਐਗਜ਼ਿਸਟੈਂਸ ਬਦਲ ਜਾਏਗੀ। ਮਹਾਰਾਜ ਜੀਆਂਗਾ ਮੈਂ ਉਹੋ ਜਿਹੇ ਜੀਵਨ ਵਿੱਚ ਹੀ। ਕਈ ਵਾਰ ਮੈਂ ਇਹ ਪ੍ਰਸ਼ਨ ਵਿਚਾਰਦਾ ਹਾਂ ਕਿ ਅਗਰ ਇਹ ਜੀਵਨ ਦੇ ਪਹਿਲੂ ਮੇਰੇ ਤੋਂ ਇੱਕ ਇੱਕ ਕਰਕੇ ਖੋਲੇ ਜਾਣ, ਕਿ ਮੈਂ ਫਿਰ ਜੀਵਨ ਨੂੰ ਜਾਣ ਪਾਵਾਂਗਾ ਕੀ ਹੈ। ਜਿਵੇਂ ਕਿ ਕੋਈ ਸਾਈਕਲ ਦੇ ਪੁਰਜੇ ਅਲੱਗ-ਅਲੱਗ ਕਰ ਦੇ ਔਰ ਹਰ ਪੁਰਜੇ ਨੂੰ ਦੇਖ ਕੇ ਕਹੇ ਕਿ ਇਹ ਸਾਈਕਲ ਹੈ, ਤਾਂ ਅਸੀਂ ਕਵਾਂਗੇ ਨਹੀਂ ਹੈ। ਉਹਦੇ ਹੈਂਡਲ ਨੂੰ ਦੇਖੀਏ, ਉਹਦੇ ਵੀਲ ਨੂੰ ਦੇਖੀਏ, ਉਹਦੇ ਫਰੇਮ ਨੂੰ ਦੇਖੀਏ, ਤਾਂ ਅਸੀਂ ਨਹੀਂ ਕਹਾਂਗੇ ਇਹ ਸਾਈਕਲ ਹੈ। ਉਹ ਸਭ ਕੁਝ ਜਦੋਂ ਇਕੱਠਾ ਹੋ ਕੇ ਕਮ ਟੂਗੇਦਰ ਹੁੰਦਾ ਹੈ ਤਾਂ ਸਾਈਕਲ ਬਣਦੀ ਹੈ। ਇਸੇ ਤਰ੍ਹਾਂ ਜੀਵਨ ਦੇ ਪਹਿਲੂ ਕਈ ਹਨ, ਅਗਰ ਇੱਕ ਇੱਕ ਕਰਕੇ ਉਹ ਲੈ ਲਏ ਜਾਣ ਤਾਂ ਫਿਰ ਕੀ ਰਹੇਗਾ ਜੀਵਨ ਵਿੱਚ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਉਹ ਕਿਹੜੀ ਮਨ ਦੀ ਅਵਸਥਾ ਹੈ ਜਿੱਥੇ ਹਰੀ ਦਾ ਕੀਰਤਨ ਪ੍ਰਗਟ ਹੁੰਦਾ ਹੈ। ਮੇਰਾ ਸਾਰਾ ਜੀਵਨ ਆਧਾਰਿਤ ਹੈ ਇਸ ਫਿਜ਼ੀਕਲ ਮੋਡ ਆਫ ਲਾਈਫ ਤੇ, ਪਰ ਕੀ ਇਹ ਜੀਵਨ ਹੈ? ਔਰ ਇੱਕ ਦਿਨ ਐਸਾ ਆਏਗਾ ਜਦੋਂ ਇਹ ਫਿਜ਼ੀਕਲ ਮੋਡ ਮੇਰੇ ਤੋਂ ਟੁੱਟ ਜਾਏਗਾ, ਮੇਰੇ ਚਾਹਣ ਤੇ ਬਾਅਦ ਵੀ ਮੇਰਾ ਕੋਈ ਜ਼ੋਰ ਨਹੀਂ ਲੱਗੇਗਾ। ਕਾਲ ਆਏਗਾ, ਸਰੀਰ ਦਾ ਅੰਤ ਹੋਏਗਾ। ਮੈਨੂੰ ਇਹ ਸਭ ਜੋ ਇੰਦਰੀਆਂ ਦੇ ਐਕਸਪੀਰੀਅੰਸਿਸ ਹੈ ਇਹ ਮਨ ਵਿੱਚ ਸਮਾ ਜਾਣਗੇ ਔਰ ਮਨ ਆਪਣੀ ਜਰਨੀ ਤੇ ਚਲਾ ਜਾਏਗਾ। ਫਿਰ ਮੇਰੇ ਕੋਲ ਕੀ ਜਵਾਬ ਹੈ ਉਹਦਾ? ਗੁਰੂ ਕੀ ਕਹਿੰਦਾ ਹੈ? ਮਹਾਰਾਜ ਕਹਿੰਦੇ ਹਨ ਕਿ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਸਾਵਣੀਆਂ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਇਹ ਨਿਰਮਲਤਾ ਮਨ ਦੀ ਵਿਚਾਰੀ ਜਾ ਰਹੀ ਹੈ ਕੀ ਹੈ। ਇਹਦੇ ਗੁਣ ਦੇਖਣੇ ਹਨ ਕੀ ਹਨ, ਔਰ ਉਹਦੇ ਵਿੱਚ ਅੰਮ੍ਰਿਤ ਵੀ ਇੱਕ ਗੁਣ ਹੈ ਉਹਦਾ, ਉਹਦੀ ਇੱਕ ਉਸ ਨਿਰਮਲਤਾ ਵਿੱਚ ਇਹ ਰਿਜ਼ਲਟ ਹੈ ਉਹਦਾ।
ਵਿੱਚੋਂ ਆਪ ਮੂਆ ਤਿੱਥੇ ਮੋਹ ਨਾ ਮਾਇਆ। ਆਪ ਮੂਆ, ਇਹ ਜਿਹੜਾ ਫਿਜ਼ੀਕਲ ਰਿਐਲਿਟੀ ਹੈ ਲਾਈਫ ਦੀ, ਜਿਹੜੀ ਕੰਡੀਸ਼ਨਡ ਮਾਈਂਡ ਹੈ, ਜੋ ਮੈਂ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ ਹੈ, ਇਹ ਮਰ ਗਿਆ। ਤਿੱਥੇ ਮੋਹ ਨਾ ਮਾਇਆ, ਫਿਰ ਇੱਕ ਨਵਾਂ ਸਥਾਨ ਮਿਲ ਗਿਆ ਜਿਹੜੀ ਡਿਵਾਈਡ ਆਫ ਫਿਜ਼ੀਕਲ ਐਗਜ਼ਿਸਟੈਂਸ ਹੈ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣੀਆਂ। ਇਹ ਬਾਣੀ ਦੀ ਗੱਲ ਹੈ ਮਹਾਰਾਜ। ਬਾਰ-ਬਾਰ ਗੁਰੂ ਕਿਉਂ ਕਰਦੇ ਹਨ? ਮੈਂ ਪਾਠ ਕਰਦਾ ਤਾਂ ਹਾਂ, ਕੁਛ ਰਿਜ਼ਲਟ ਤਾਂ ਨਹੀਂ ਮਿਲਦਾ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ। ਗੁਰੂ ਵੱਲ ਮੁਖ ਨਹੀਂ ਹੈ ਨਾ ਮਹਾਰਾਜ, ਨਹੀਂ ਤਾਂ ਉਹਨੂੰ ਸੇਵਾ ਕਰਾਂਗਾ ਤਾਂ ਉਹਦਾ ਰੂਪ ਹੋ ਜਾਵਾਂਗਾ। ਜੋ ਸਦਾ ਲਈ ਹੈ, ਕੀ ਉਹ ਜ਼ਿਆਦਾ ਜ਼ਰੂਰੀ ਹੈ, ਜਾਂ ਜੋ ਸਦਾ ਲਈ ਨਹੀਂ ਹੈ ਉਹ ਜ਼ਿਆਦਾ ਜ਼ਰੂਰੀ ਹੈ? ਇਹ ਬੜਾ ਵੱਡਾ ਪ੍ਰਸ਼ਨ ਹੈ। ਗੁਰੂ ਇੱਕ ਇਹੋ ਜਿਹੇ ਜੀਵਨ ਦੀ ਗੱਲ ਕਰਦਾ ਹੈ ਸਾਡੇ ਨਾਲ ਜੋ ਸਦਾ ਲਈ ਹੈ, ਜਿਹਦੇ ਵਿੱਚ ਸਥਿਰਤਾ ਹੈ, ਸਟੇਬਿਲਿਟੀ ਹੈ ਔਰ ਆਨੰਦ ਹੈ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦ ਧੋਵੇ। ਗੱਲ ਤੇ ਇਸ ਹਉਮੈ ਦੀ ਬਾਰ-ਬਾਰ ਸਾਹਮਣੇ ਆਉਂਦੀ ਹੈ। ਗੁਰੂ ਦੇ ਸ਼ਬਦ ਨਾਲ ਇਸ ਤੋਂ ਧੋਤਾ ਜਾਂਦਾ ਹੈ ਮਨ। ਮੈਂ ਹਉਮੈ ਤੋਂ ਆਜ਼ਾਦ ਹੋ ਜਾਂਦਾ ਹਾਂ। ਇਹਦਾ ਇਹ ਮਤਲਬ ਨਹੀਂ ਕਿ ਜੀਵਨ ਖਤਮ ਹੋ ਜਾਏਗਾ ਫਿਜ਼ੀਕਲ ਮੋਡ ਦੇ। ਇਹਦਾ ਇਹ ਮਤਲਬ ਹੈ ਕਿ ਉਸ ਤੋਂ ਆਜ਼ਾਦ ਹੋਣ ਦੀ ਐਬਿਲਿਟੀ ਹੋਏਗੀ ਮੇਰੇ ਕੋਲ। ਉਹਨੂੰ ਜੀਂਦੇ ਹੋਏ ਮੈਂ ਉਸ ਤੋਂ ਨਿਰਲੇਪ ਹੋ ਕੇ ਜੀ ਸਕਾਂਗਾ। ਇਹੀ ਤਾਂ ਕਹਿ ਰਹੇ ਹਨ ਸਿੱਧਗੋਸ਼ਟ ਵਿੱਚ ਮਹਾਰਾਜ। ਜੈਸੇ ਜਲ ਮੇ ਕਮਲ ਨਿਰਾਲਮ, ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਵ ਸਾਗਲ ਤਰੀਏ, ਨਾਨਕ ਨਾਮ ਵਖਾਣੇ। ਜਿਵੇਂ ਇੱਕ ਬੱਤਖ ਪਾਣੀ ਦੇ ਵਿੱਚ ਰਹਿ ਕੇ ਉਸ ਤੋਂ ਨਿਰਲੇਪ ਰਹਿੰਦੀ ਹੈ, ਜਿਵੇਂ ਕਮਲ ਕਿਚੜ ਵਿੱਚ ਰਹਿ ਕੇ ਵੀ ਉਸ ਤੋਂ ਨਿਰਲੇਪ ਰਹਿੰਦਾ ਹੈ, ਫਰੀ ਰਹਿੰਦਾ ਹੈ, ਇਵੇਂ ਮੇਰਾ ਮਨ ਬਾਣੀ ਨਾਲ ਜੁੜ ਕੇ ਇਸ ਜੀਵਨ ਨੂੰ ਜੀਂਦੇ ਹੋਏ ਇਸ ਤੋਂ ਆਜ਼ਾਦ ਰਹਿੰਦਾ ਹੈ। ਯਾਨੀ ਵੇਨ ਥਾਟਸ ਨਹੀਂ ਰਹਿੰਦੀਆਂ ਮਹਾਰਾਜ, ਯਾਨੀ ਬਾਣੀ ਚੱਲਦੀ ਹੈ, ਥਾਟਸ ਨਹੀਂ ਚੱਲਦੀਆਂ। ਯਾਨੀ ਮਨ ਇਕਾਗਰ ਹੋ ਜਾਂਦਾ ਹੈ, ਸ਼ਬਦ ਦੇ ਵਿੱਚ ਲੀਨ ਹੋ ਜਾਂਦਾ ਹੈ ਮਹਾਰਾਜ। ਇਹ ਸ਼ਬਦ ਦੀ ਲੀਨਤਾ ਦੀ ਗੱਲ ਗੁਰੂ ਸਾਹਿਬ ਬੜੀ ਵਾਰ ਕਰਦੇ ਹਨ। ਨਿਰਮਲ ਵਾਜੇ ਅਨਹਦ ਬਾਜੇ, ਅਨਹਦ ਧੁਨ ਬਾਣੀ, ਨਿਰਮਲ ਨਾਮ ਮਨ ਤਨ ਮੋਹੇ। ਗੁਰੂ ਇੱਕ ਬੜੀ ਅਚਰਜ ਗੱਲ ਕਰਦੇ ਹਨ। ਮਨ ਮੈਲਾ ਹੈ ਦੂਜੇ ਪਾਏ। ਜਿਸ ਮਨ ਵਿੱਚ ਦੂਸਰੇ ਦਾ ਐਸਪੈਕਟ ਹੈ, ਡੁਐਲਿਟੀ ਹੈ, ਉਹ ਮੈਲਾ ਹੈ। ਇਹ ਤਾਂ ਨਵੀਂ ਗੱਲ ਹੈ ਹਜ਼ੂਰ। ਮੈਂ ਤਾਂ ਸੋਚਦਾ ਸੀ ਕਿ ਇਹ ਸੈਕਸ਼ੂਅਲ ਥਾਟਸ, ਐਂਗਰ, ਫਰਸਟ੍ਰੇਸ਼ਨ, ਇਹ ਸਭ ਚੀਜ਼ਾਂ ਨੇ ਜਿਹੜੀ ਮੈਨੂੰ ਨਿਰਮਲ ਨਹੀਂ ਹੋਣ ਦਿੰਦੀਆਂ। ਔਰ ਇਹਦਾ ਕਾਰਨ ਵੈਸਟ ਦੀ ਸੋਸਾਇਟੀ ਦੀ ਡੋਮੀਨੈਂਸ ਹੈ ਸਾਡੇ ਮਨ 'ਤੇ, ਕਿਉਂਕਿ ਵੈਸਟ ਨੇ ਇਸ ਭੇਦ ਨੂੰ ਗਵਾ ਦਿੱਤਾ ਹੈ। ਉਹ ਥਾਟਸ ਦੇ ਅੰਦਰ ਹੀ ਰਿਜ਼ਲਟ ਲੱਭਦਾ ਪਿਆ ਹੈ। ਔਰ ਉਹਦਾ ਰਿਜ਼ਲਟ ਕੀ ਹੈ? ਐਲਪ੍ਰੈਕਸਨੇਸ਼ਨ ਕਹਿੰਦੇ ਹਨ ਅਮਰੀਕਾ ਨੂੰ। ਦੌੜ ਤਾਂ ਬੜੀ ਲੰਬੀ ਹੈ। ਸਟੀਫਨ ਹਾਕਿੰਸ ਕਹਿੰਦਾ ਗਰੀਡ ਐਂਡ ਸਟੂਪਿਡਿਟੀ ਇਹੀ ਗਵਰਨ ਕਰਦੇ ਹਨ ਸਾਡੀ ਪ੍ਰੈਜ਼ੈਂਟ ਸੋਸਾਇਟੀ ਨੂੰ। ਤਾਂ ਮਹਾਰਾਜ ਕਹਿੰਦੇ ਹਨ ਸਾਨੂੰ ਕਿ ਮਨ ਮੈਲਾ ਹੈ ਦੂਜੇ ਪਾਏ। ਬੜੀ ਪਾਵਰਫੁਲ ਥਾਟ ਹੈ ਮਹਾਰਾਜ। ਮੈਨੂੰ ਇੱਥੋਂ ਇੱਕ ਗੱਲ ਪ੍ਰੇਰਿਤ ਹੁੰਦੀ ਹੈ, ਪ੍ਰੇਰਨਾ ਹੁੰਦੀ ਹੈ ਗੱਲ ਦੀ ਕਿ ਕਿਉਂ ਨਾ ਫਿਰ ਬਾਣੀ ਦੇ ਉਸ ਡੂੰਘਾਈ ਵਿੱਚ ਡੁਬਾਇਆ ਜਾਏ ਮਨ ਨੂੰ, ਜਿੱਥੇ ਹੋਰ ਕੋਈ ਨਹੀਂ ਹੈ, ਬਸ ਇੱਕ ਹੈ। ਜੀਵਨ ਕੁਝ ਹੋਰ ਦਿਖੇਗਾ, ਜੀਵਨ ਦਿਖੇਗਾ ਹੀ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਹਾਂ। ਇਹਨਾਂ ਥਾਟਸ ਦੇ ਵਿੱਚ ਨਹੀਂ ਰਵਾਂਗਾ। ਮੂਲ ਮੰਤਰ ਦਾ ਪਹਿਲਾ ਸ਼ਬਦ ਇੱਕ ਓਮਕਾਰ ਹੈ। ਅੱਜ ਕੱਲ੍ਹ ਲੋਕਾਂ ਨੇ ਮੈਡੀਟੇਸ਼ਨ ਬਣਾਈ ਹੈ, ਬਹੁਤ ਜ਼ਿਆਦਾ ਕ੍ਰੀਏਟ ਕਰਦੇ ਹਨ। ਮੈਨੂੰ ਵਿਚਾਰ ਉੱਠੀ, ਫਿਰ ਕਿਉਂ ਨਾ ਇੱਕ ਓਮਕਾਰ ਦੇ ਸ਼ਬਦ ਦੇ ਧਿਆਨ ਵਿੱਚ ਬੈਠਿਆ ਜਾਏ। 7 ਦਿਨ 15 ਦਿਨ ਨਿੱਤ ਦਾ ਅਭਿਆਸ ਹੋਏ। ਪਹਿਲੇ ਬੋਲ ਕੇ ਜ਼ਰੂਰੀ ਹੈ, ਗਾਵੀਏ ਸੁਣੀਏ, ਮਨ ਨੂੰ ਡੁਬਾਣਾ ਹੈ ਪੂਰੀ ਤਰ੍ਹਾਂ।
ਜੋ ਵੀ ਮੈਂ ਪਾਠ ਕਰਦਾ ਹਾਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਾਂ ਜਦੋਂ ਜੀ ਕਰੇ। ਮਸਤੀ ਦੀ ਵੀ ਬੜੀ ਲੋੜ ਹੈ ਇਸ ਮਾਰਗ ਵਿੱਚ, ਕਿਉਂਕਿ ਇਹ ਦੀਵਾਨਿਆਂ ਦਾ ਕੰਮ ਹੈ। खूब गुजरेगी जो मिल बैठेंगे दीवाने दो। इस दुनिया ਨੂੰ ਛੱਡਣਾ ਹੈ, ਆਜ਼ਾਦ ਹੋਣਾ ਹੈ ਔਰ ਆਨੰਦ ਵਿੱਚ ਛੱਡਣਾ ਹੈ। ਇਹ ਗੁਰੂ ਨੇ ਟਾਰਗੇਟ ਦਿੱਤਾ ਹੈ ਸਾਨੂੰ। ਅੱਜ ਦੀ ਇਸ ਪੌੜੀ ਵਿੱਚ ਅਸੀਂ ਸਮਝਾ ਰਹੇ ਹਾਂ। 5 ਮਿੰਟ 10 ਮਿੰਟ 15 ਮਿੰਟ ਜਿਤਨਾ ਸਮਾਂ ਦੇ ਸਕਦੇ ਹਾਂ, 1 ਮਹੀਨਾ ਇੱਕ ਓਮਕਾਰ ਦਾ ਪਕਾਇਆ ਜਾਏ ਅਭਿਆਸ। ਕੀ ਪਤਾ ਕੀ ਖੁੱਲਦਾ ਹੈ ਮਹਾਰਾਜ, ਇੰਟਰਨਲਾਈਜ਼ ਹੋ ਜਾਏ। ਸ਼ਰਮ ਖੰਡ ਦੀ ਗੱਲ ਕੁਛ ਕਰੀ ਤਾਂ ਹੈ ਗੁਰੂ ਨੇ ਸਾਡੇ ਨਾਲ, ਕੜਨ ਦੀ ਗੱਲ ਵੀ ਕੀਤੀ ਹੈ, ਅਸੀਂ ਕਰਦੇ ਹਾਂ। ਕੜੀਏ ਸ਼ਬਦ ਸੱਚੀ ਟਕਸਾਲ, ਬਹੁਤ ਦਿਨ ਦੀ ਵਿਚਾਰ ਚੱਲਦੀ ਹੈ। ਮੈਨੂੰ ਲੱਗਦਾ ਹੈ ਅਗਰ ਇਹ ਡਾਇਰੈਕਸ਼ਨ ਪਕੜ ਲਈਏ ਸ਼ਬਦ ਨੂੰ ਕੜਨ ਦੀ, ਤਾਂ ਕੋਈ ਰਾਹ ਖੁੱਲੇਗਾ ਜੀਵਨ ਵਿੱਚ। ਬਸ ਇੱਕ ਓਮਕਾਰ ਦੀ ਨਜ਼ਰ ਦੇ ਵਿੱਚ ਮਨ ਨੂੰ ਡੁਬਾ ਦਈਏ। ਗੁਰੂ ਤਾਂ ਸ਼ਬਦ ਦੀ ਗੱਲ ਕਰਦੇ ਹੋਏ ਸਮਝਾਉਂਦੇ ਹਨ, ਕਾਲ ਰਹਿਤ ਜੀਵਨ ਮਿਲਦਾ ਹੈ ਵਿੱਚੋਂ ਇਹਦੇ। ਮੈਂ ਸਾਰਾ ਦਿਨ ਬੜੀ ਉਲਝਣਾਂ ਵਿੱਚ ਗੁਆਉਂਦਾ ਹਾਂ, ਮਾਇਆ ਕਮਾਉਣ ਦੇ ਵਿੱਚ, ਫਿਰ ਉਹਨੂੰ ਬਚਾਉਣ ਦੇ ਵਿੱਚ ਬਹੁਤੀ ਸ਼ਕਤੀ ਲੱਗਦੀ ਹੈ। ਡੀਟੇਲਡ ਕੰਮ ਕਰਨਾ ਪੈਂਦਾ ਹੈ। ਪਰ ਕੀ ਕਰਾਂਗਾ ਇਹ ਸਭ ਕੁਝ ਕਰਕੇ? ਮੈਂ ਮਾਇਆ ਬਚਾ ਵੀ ਲਵਾਂਗਾ, ਕਮਾ ਵੀ ਲਵਾਂਗਾ, ਛੱਡ ਕੇ ਤੇ ਜਾਣੀ ਹੈ। ਫਿਰ ਕੀ ਕਰਾਂਗਾ? ਮੰਗੋ ਦਾਨ ਠਾकुर ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਇਹਦਾ ਕੀ ਹੋਏਗਾ? ਗੁਰੂ ਅਗਰ ਸਾਨੂੰ ਗਾਈਡ ਕਰ ਰਹੇ ਹਨ ਤਾਂ ਉਹਨਾਂ ਨੂੰ ਸੁਣ ਕੌਣ ਰਿਹਾ ਹੈ? ਔਰ ਉਹਨਾਂ ਨੂੰ ਸੁਣ ਨਹੀਂ ਰਿਹਾ ਤਾਂ ਮੰਨਣ ਵਿੱਚ ਤਾਂ ਉਤਰਾਂਗਾ ਹੀ ਨਹੀਂ ਕਦੇ ਵੀ। ਪ੍ਰੇਮ ਹੈ ਗੁਰੂ ਨਾਲ ਤਾਂ ਇੱਕ ਅਰਦਾਸ ਕਰਨੀ ਬਣਦੀ ਹੈ, ਮਹਾਰਾਜ ਮੈਨੂੰ ਇਹ ਸ਼ਬਦ ਦਾ ਅਭਿਆਸ ਔਰ ਗਿਆਨ ਸਮਝਾ ਦਿਓ। ਘੜੀਏ ਸ਼ਬਦ ਸੱਚੀ ਟਕਸਾਲ। ਸੁਰਤ ਔਰ ਗੁਰੂ ਦਾ ਕੀ ਗਿਆਨ ਹੈ? ਸੁਰਤ ਔਰ ਸ਼ਬਦ ਦਾ ਜੋ ਮਿਲਣ ਹੈ ਉਹਦੇ ਵਾਸਤੇ ਕੀ ਵਿਧੀ ਹੈ? ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸ ਕਾ ਤੂੰ ਚੇਲਾ। ਗੁਰੂ ਨਾਨਕ ਸਾਹਿਬ ਦੇ ਸ਼ਬਦ ਹਨ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਤਾਂ ਫਿਰ ਇਹ ਮੈਂ ਕਰਦਾ ਕੀ ਹਾਂ ਇਹਦੇ ਬਾਰੇ? ਮੈਨੂੰ ਲੱਗਦਾ ਹੈ ਇਹਦਾ ਆਰੰਭ ਇੱਥੋਂ ਹੋ ਸਕਦਾ ਹੈ, ਇੱਕ ਓਮਕਾਰ ਦੇ ਅਭਿਆਸ ਵਿੱਚ ਉਤਰ ਜਾਏ। ਦੇਖੀਏ ਤਾਂ ਸਹੀ ਕੀ ਬਣਦਾ ਹੈ। ਅੰਧਿਆਰੇ ਦੀਪਕ ਚਾਹੀਏ, ਇਸ ਹਨੇਰੇ ਵਿੱਚ ਦੀਪਕ ਚਾਹੀਦਾ ਹੈ। ਇੱਕ ਵਸਤ ਅਗੋਚਰ ਚਾਹੀਏ, ਅੰਧੇਰੇ ਵਿੱਚ ਮੈਨੂੰ ਗਿਆਨ ਚਾਹੀਦਾ ਹੈ। ਸ਼ਬਦ ਉਹ ਗਿਆਨ ਹੈ ਔਰ ਉਸ ਨੂੰ ਕਰਨਾ ਹੈ ਤਾਂ ਮਨ ਨਿਰਮਲ ਹੋਏਗਾ। ਥਾਟਸ ਤੋਂ ਪਰੇ ਦਾ ਇੱਕ ਜੀਵਨ ਹੈ, ਗੁਰੂ ਕਹਿ ਰਿਹਾ ਹੈ। ਉੱਥੇ ਨਿਰਮਲਤਾ ਮਿਲੇਗੀ ਜਿੱਥੇ ਦੂਜਾ ਨਹੀਂ ਹੈ ਕੋਈ, ਬਸ ਇੱਕ ਨਿਰੰਕਾਰ ਹੈ, ਉਹ ਹੈ ਮਨ ਨਿਰਮਲ। ਔਰ ਉਹਦਾ ਸਾਰਾ ਫੋਕਸ ਇਸ ਸ਼ਬਦ ਤੇ ਹੈ, ਇੱਕ ਓਮਕਾਰ। ਮਹਾਰਾਜ ਕਹਿੰਦੇ ਜਿੱਥੇ ਦੂਜਾ ਹੈ ਉੱਥੇ ਮਨ ਨਿਰਮਲ ਨਹੀਂ ਹੈ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਹੋ ਹਰ ਸਾਚੇ ਪਾਏ। ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣੀਆਂ। ਜੀਵਨ ਦੇ ਵਿੱਚ, ਮਨ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਗੁਰੂ ਕਹਿ ਰਹੇ ਹਨ, ਜੀਵੋ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਤੇ ਅਸੀਂ ਸਭ ਹੋ ਜਾਂਦੇ ਹਾਂ। ਅੱਜ ਕੱਲ੍ਹ 6 ਫੁੱਟ ਦਾ ਇੱਕ ਚੋਗਾ ਲੈ ਕੇ ਸਭ ਸੰਤ ਬਣ ਜਾਂਦੇ ਹਨ। ਸਿਰ ਤੇ ਆਰਟਿਸਟਿਕ ਜੀ ਪਗੜੀ ਲਗਾ ਲਈ ਔਰ ਫਿਰ ਗਿਆਨ ਵੰਡਣਾ ਸ਼ੁਰੂ ਕਰ ਦਿੱਤਾ। ਬਸ ਹੋ ਗਏ ਕੰਮ। ਪਰ ਇੱਥੇ ਧੋਖਾ ਮੇਰੇ ਆਪਣੇ ਨਾਲ ਪਹਿਲੇ ਹੈ, ਦੂਜਿਆਂ ਨਾਲ ਬਾਅਦ ਵਿੱਚ ਹੈ। ਅਗਰ ਮੈਂ ਜੀਵਨ ਵਿੱਚ ਝੂਠ ਵਰਤਾਵਾਂਗਾ ਤਾਂ ਮੈਂ ਹੀ ਝੂਠਾ ਬਣਦਾ ਹਾਂ ਔਰ ਜਿਤਨੀ ਦੂਰ ਨਿਕਲ ਜਾਵਾਂਗਾ ਉਤਨਾ ਮੈਨੂੰ ਰਾਹ ਵਾਪਸ ਆਉਣਾ ਪਏਗਾ।
ਉਹ ਦੁੱਖ ਮੈਂ ਸਹਾਂਗਾ, ਕੋਈ ਹੋਰ ਨਹੀਂ ਸਹੇਗਾ। ਜੀਵੋ ਨਿਰਮਲ ਬਾਹਰੋਂ ਨਿਰਮਲ, ਜਿਹਦਾ ਮਨ ਨਿਰਮਲ ਹੋ ਗਿਆ ਮਹਾਰਾਜ, ਜੁੜ ਗਿਆ ਜੋ ਗੁਰੂ ਨਾਲ, ਆਪਣੇ ਆਪ ਨੂੰ ਵੇਚ ਦਿੱਤਾ ਗੁਰੂ ਕੋਲ, ਪ੍ਰੇਮ ਪਾ ਲਿਆ ਗੁਰੂ ਦਾ। ਬਾਹਰੋਂ ਤਾਂ ਨਿਰਮਲ ਜੀਵੋ ਨਿਰਮਲ, ਸਤਿਗੁਰ ਕੀ ਕਰਨੀ ਕਮਾਣੀ। ਫਿਰ ਉਹ ਗੁਰੂ ਦੀ ਕਰਨੀ ਔਰ ਉਸ ਦੀ ਕਰਨੀ ਵਿੱਚ ਭੇਦ ਨਹੀਂ ਹੈ। ਜਿਵੇਂ ਤਾਰ ਜੁੜ ਗਏ ਹੋਣ, ਜਿਵੇਂ ਪ੍ਰੋਗਰਾਮਿੰਗ ਹੋ ਗਈ ਹੋਏ, ਜਿਵੇਂ ਹੁਣ ਹਰ ਥਾਟ ਦੇ ਕਰੈਕਸ਼ਨ ਆ ਰਿਹਾ ਹੋਏ, ਗੁਰੂ ਦਾ ਪ੍ਰੇਮ ਪ੍ਰਗਟ ਹੋ ਰਿਹਾ ਹੋਏ। ਮੈਂ ਬਜ਼ੁਰਗਾਂ ਨਾਲ ਰਿਹਾ, ਸੰਤ ਗਿਆਨੀ ਨਿਰੰਜਨ ਸਿੰਘ, ਉਹਨਾਂ ਦੀ ਸੇਵਾ ਵਿੱਚ ਹੀ ਉਹਨਾਂ ਨੇ ਰੱਖਿਆ ਮੈਨੂੰ। ਇਹੋ ਜਿਹੀ ਘੜੀਆਂ ਆ ਜਾਂਦੀਆਂ ਸਨ ਜਦੋਂ ਕੋਈ ਥਾਟ ਮਨ ਵਿੱਚ ਆਏ ਜੋ ਠੀਕ ਨਹੀਂ ਹੈ, ਉਹ ਆਵਾਜ਼ ਮਾਰ ਦਿੰਦੇ ਸਨ। ਉਹਨਾਂ ਦਾ ਪਹਿਰਾ ਸੀ ਮਨ ਤੇ, ਮਨ ਇਕਾਗਰ ਸੀ ਉਹਨਾਂ ਨਾਲ, ਤਾਂ ਉਹ ਆਵਾਜ਼ ਮਾਰ ਦਿੰਦੇ ਸਨ, ਇਹ ਕੀ ਥਾਟ ਹੈ। ਜੁੜਿਆ ਮਨ ਕਰੈਕਸ਼ਨ ਮੋਡ ਵਿੱਚ ਚੱਲਦਾ ਹੈ, ਉਹ ਫਿਰ ਅਸ਼ੁੱਧ ਥਾਟ ਨੂੰ ਟੋਲਰੇਟ ਨਹੀਂ ਕਰਦਾ ਹੈ। ਜਿਵੇਂ ਪਿਛਲੀ ਵਾਰ ਬੀਬਾ ਨੇ ਪੁੱਛਿਆ ਸੀ, ਅਸੀਂ ਕਿਹਦੇ ਨਾਲ ਜੁੜੀਏ, ਕਿਹਦਾ ਪੈਸਾ ਸ਼ੁੱਧ ਹੈ, ਕਿਹਦੇ ਕਰਮ ਸ਼ੁੱਧ ਹਨ, ਉਹਦਾ ਟੈਸਟ ਔਰ ਕਸੌਟੀ ਕੀ ਹੈ? ਉਹ ਆਪਣਾ ਅਭਿਆਸ ਹੈ। ਅਗਰ ਕਿਸੇ ਦੇ ਦਰਸ਼ਨਾਂ ਨਾਲ ਅਭਿਆਸ ਟੁੱਟਦਾ ਹੈ ਤਾਂ ਸਾਨੂੰ ਗਿਆਨ ਹੈ ਕਿ ਵੀ ਇੱਥੋਂ ਨਿਕਲਣਾ ਹੈ। ਹੁਣ ਇਹੀ ਕਸੌਟੀ ਹੈ ਮਨ ਦੀ। ਗੁਰੂ ਉਸ ਕਰਨੀ ਦੀ ਗੱਲ ਕਰਦਾ ਹੈ ਜਿੱਥੇ ਸਤਿਗੁਰ ਹਾਜ਼ਰ ਹੈ ਜੀਵਨ ਵਿੱਚ। ਹੁਣ ਦੋ ਨਹੀਂ ਹਨ, ਇੱਕ ਹੈ। ਦਰਅਸਲ ਇਹ ਸੌਖਾ ਹੈ ਸਮਝਾਉਣਾ ਕਿ ਪ੍ਰੇਮ ਦੀ ਗੱਲ ਹੈ ਸਾਰੀ। ਪ੍ਰੇਮੀ ਇੱਕ ਹੋ ਗਏ ਹਨ, ਪੋਜ਼ਿਟਿਵ ਨੈਗੇਟਿਵ ਮਿਲ ਕੇ ਪ੍ਰਕਾਸ਼ ਹੋ ਗਿਆ ਹੈ, ਰਿਜ਼ਲਟ ਆ ਗਿਆ ਹੈ ਜੀਵਨ ਦੇ ਵਿੱਚ। ਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਸੋਚਦੇ ਹਾਂ ਕਿ ਅੱਛੀ ਥਾਟਸ ਹਨ ਤਾਂ ਗੁੱਡ ਹੈ, ਪਰ ਗੁਰਬਾਣੀ ਵਿੱਚ ਆਸਾ ਦੀ ਵਾਰ ਵਿੱਚ ਮਹਾਰਾਜ ਸਮਝਾਉਂਦੇ ਹਨ ਕਿ ਹਉਮੈ ਦੇ ਅੰਦਰ ਜੋ ਵੀ ਹਨ ਉਹ ਫਿਰ ਅਧਿਆਤਮਕ ਪ੍ਰਵਾਨ ਨਹੀਂ ਹਨ। ਹਾਂ, ਵੈਸੇ ਅੱਛੀਆਂ ਹੋਣਗੀਆਂ, ਸੁਸਾਇਟੀ ਸਾਨੂੰ ਰਿਵਾਰਡ ਕਰ ਸਕਦੀ ਹੈ, ਪਰ ਅਧਿਆਤਮ ਵਿੱਚ ਹਉਮੈ ਦੀ ਕੋਈ ਜਗ੍ਹਾ ਨਹੀਂ ਹੈ, ਨਾਮ ਦੀ ਜਗ੍ਹਾ ਹੈ। ਗੁਰੂ ਕਹਿੰਦਾ ਹੈ ਕੂੜ ਕੀ ਸੋਏ ਪਹੁੰਚੇ ਨਾਹੀ। ਸੋਏ ਸੁਗੰਧ, ਖੁਸ਼ਬੂ, ਹਵਾ, ਉਹਦੀ ਕੋਈ ਵੀ ਸਾਈਨ ਸਿਗਨਲ ਕੂੜ ਦੀ। ਮਹਾਰਾਜ ਨਿਰੰਕਾਰ ਤੋਂ ਟੁੱਟ ਗਏ, ਕੂੜੇ ਹੋ ਗਏ ਹਜੂਰ। ਜੀਵਨ ਕੂੜਾ ਹੈ ਮਹਾਰਾਜ। ਉਸ ਪ੍ਰੇਮ ਦੀ ਬਹਾਵ ਵਿੱਚ ਸਭ ਪ੍ਰਵਾਨ ਹੈ, ਪਰ ਉਹਦਾ ਜਦੋਂ ਬਹਾਵ ਘਟ ਗਿਆ, ਟੁੱਟ ਗਿਆ, ਤਾਂ ਮਨ ਕੂੜਾ ਹੋ ਗਿਆ, ਫਿਰ ਕੂੜ ਵਿੱਚ ਚਲਾ ਗਿਆ, ਅਸ਼ੁੱਧ ਹੋ ਗਿਆ। ਪਰ ਗੁਰੂ ਕਹਿੰਦਾ ਹੈ ਅਗਰ ਜੁੜੇ ਹਾਂ ਤਾਂ ਫਿਰ ਕੂੜ ਕੀ ਸੋਏ ਪਹੁੰਚੇ ਨਹੀਂ। ਉੱਥੇ ਤਾਂ ਉਹਦੀ ਖੁਸ਼ਬੂ ਵੀ ਨਹੀਂ ਆਉਂਦੀ ਕੂੜ ਦੀ, ਉੱਥੇ ਤਾਂ ਸ਼ੁੱਧ ਹੈ ਬਸ ਮਨ। ਮਹਾਰਾਜ ਇੱਕ ਦੇ ਦਰਸ਼ਨ ਵਿੱਚ ਜੀਵਨ ਬਹਿ ਗਿਆ ਹੈ, ਦੂਸਰਾ ਨਹੀਂ ਹੈ ਇੱਥੇ ਹੁਣ ਇਹ ਜੀਵਨ ਜੋ ਸਾਨੂੰ ਦਿਖਦਾ ਹੈ ਇਹ ਕੁਝ ਹੋਰ ਹੀ ਦਿਖ ਰਿਹਾ ਹੈ, ਇਹ ਤਾਂ ਦਿਖ ਹੀ ਨਹੀਂ ਰਿਹਾ। ਨਿਰੰਕਾਰ ਜੀਵਨ ਦਾ ਫੋਕਸ ਔਰ ਸੈਂਟਰ ਬਣ ਗਿਆ ਹੈ, ਸਭ ਕੁਝ ਨਿਰੰਕਾਰ ਵਿੱਚ ਸਮਾਇਆ ਹੋਇਆ ਹੈ। ਜੋ ਮੈਂ ਆਪਣੇ ਆਪ ਨੂੰ ਜੀਵਨ ਤੋਂ ਭਿੰਨ ਲੈ ਕੇ ਚੱਲਦਾ ਹਾਂ, ਮੇਰਾ ਕੀ ਹੋਏਗਾ, ਮੇਰਾ ਕੌਣ ਹੈ, ਇੱਥੇ ਹੈ ਹੀ ਇੱਕੋ, ਦੂਸਰਾ ਹੈ ਹੀ ਨਹੀਂ। ਇਹ ਸਭ ਕੁਝ ਉਹਦੇ ਵਿੱਚ ਸਮਾਇਆ ਹੈ ਮਹਾਰਾਜ। ਔਰ ਅਗਰ ਉਹਦੇ ਧਿਆਨ ਮੇਰੇ ਜੀਵਨ ਵਿੱਚ ਪ੍ਰਗਟ ਹੋ ਜਾਂਦਾ ਹੈ ਤਾਂ ਮੈਂ ਵੀ ਨਹੀਂ ਰਹਿੰਦਾ ਹਾਂ, ਤਾਂ ਰਹਿ ਕੀ ਜਾਂਦਾ ਹੈ ਫਿਰ? ਇੱਕ ਆਨੰਦ ਦੀ ਵਰਖਾ ਚੱਲਦੀ ਹੈ। ਗੁਰੂ ਕਹਿ ਰਿਹਾ ਹੈ ਸੈਂਟਰ ਆਫ ਲਾਈਫ ਇੱਕ ਓਮਕਾਰ ਬਣ ਗਿਆ ਹੈ ਮਹਾਰਾਜ। ਸਾਰਾ ਜੀਵਨ ਹੀ ਬਦਲ ਗਿਆ। ਇਹ ਸਭ ਕੁਝ ਹੀ ਉਹਦਾ ਰੂਪ ਦਿਖਦਾ ਹੈ। ਕਾਸ਼ ਸਾਨੂੰ ਕਿਸੇ ਦਿਨ ਇਹ ਪ੍ਰਗਟ ਵਿੱਚ, ਮਨ ਵਿੱਚ ਪ੍ਰਗਟ ਹੋ ਸਕੇ ਐਕਸਪੀਰੀਅੰਸ। ਸਿਰਫ ਥਾਟਸ ਵਿੱਚ ਮੇਰੇ ਵਰਗੇ ਬਿਆਨ ਕਰਦੇ ਹਨ ਮਹਾਰਾਜ, ਐਕਸਪੀਰੀਅੰਸ ਤਾਂ ਨਹੀਂ ਹੈ। ਔਰ ਗੱਲ ਸਾਰੀ ਐਕਸਪੀਰੀਅੰਸ ਦੀ ਹੈ। ਜਿਸ ਨੇ ਜਾਣਿਆ, ਅਬ ਜਾਣਿਆ ਤੋ ਮਨ ਮਾਨਿਆ। ਬਿਨਾਂ ਜਾਣੇ
ਮਨ ਨਹੀਂ ਮੰਨੇਗਾ, ਉਹ ਤਾਂ ਸਹਿਸਾ ਵਿੱਚ ਹੀ ਜੀਏਗਾ, ਡਾਊਟ ਔਰ ਡਰ ਦੇ ਵਿੱਚ, ਐਂਗਜ਼ਾਇਟੀ ਵਿੱਚ ਹੀ ਜੀਏਗਾ, ਚਾਹੇ ਮੇਰੇ ਵਰਗੇ ਹਜ਼ਾਰਾਂ ਲੈਕਚਰ ਦਿੰਦੇ ਹੋਣ। ਪਰ ਹੈ ਤਾਂ ਸਭ ਇੱਕ ਨਿਰੰਕਾਰ ਹੀ, ਸਭ ਕੁਝ ਵਿੱਚ ਸਮਾਇਆ ਹੈ ਮਹਾਰਾਜ। ਜਨਮ ਰਤਨ ਜਿੰਨੀ ਖਟਿਆ ਭਲੇ ਸੇ ਬਣ ਜਾਰੇ। ਗੁਰੂ ਅਮਰਦਾਸ ਮਹਾਰਾਜ ਬਹੁਤ ਪ੍ਰੇਮ ਦਿੰਦੇ ਹਨ, ਬੜੇ ਪਿਆਰ ਨਾਲ ਸਮਝਾ ਰਹੇ ਹਨ। ਜੀਵਨ ਦੇ ਵਿੱਚ ਇੱਕ ਰਤਨ ਹੈ, ਹੀਰਾ ਹੈ, ਵੈਲਿਊਬਲ ਵਸਤੂ ਹੈ। ਉਹ ਕਿੱਥੇ ਹੈ ਹਜ਼ੂਰ? ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿੱਥੇ ਉਹ ਹੀਰਾ ਹੈ ਹਜ਼ੂਰ? ਔਰ ਇਹ ਬਣਜਾਰੇ ਕਿਹੜੇ ਹਨ ਜਿਹੜੇ ਜਿੱਤ ਕੇ ਜਾਂਦੇ ਹਨ? ਜਿਨ੍ਹਾਂ ਨੇ ਆਪਣੇ ਆਪ ਨੂੰ ਵੇਚ ਕੇ ਜੀਵਨ ਦਾ ਤੱਤ ਜਾਣ ਲਿਆ ਹੈ। ਉਹ ਕੌਣ ਹਨ? ਜਨਮ ਦਾ ਰਤਨ, ਜਨਮ ਦਾ ਹੀਰਾ, ਜੀਵਨ ਦੇ ਵਿੱਚ ਜਿਸ ਨੇ ਜਾਣ ਲਿਆ, ਉਹ ਕੌਣ ਹਨ ਹਜ਼ੂਰ? ਰਤਨ ਪਦਾਰਥ ਘਟ ਹੀ ਮਾਹੇ। ਮੇਰੇ ਅੰਦਰ ਹੀ ਇੱਕ ਰਤਨ ਵਸਦਾ ਹੈ। ਪੜ ਪੜ ਪੰਡਤ ਬਾਦ ਵਖਾਣੇ, ਪੀਤਰ ਹੋਦੀ ਵਸਤ ਨਾ ਜਾਣੇ। ਮੇਰੇ ਵਰਗਾ ਬੋਲਦਾ ਹੈ, ਅੰਦਰ ਦੀ ਵਸਤੂ ਨਹੀਂ ਜਾਣਦਾ ਕੀ ਹੈ। ਇੱਕ ਰਤਨ ਹੈ ਮਨ ਦੇ ਨਾਲ, ਸਾਡੇ ਸਾਰਿਆਂ ਦੇ ਮਨ ਦੇ ਅੰਦਰ। ਤਤ ਫਲ ਰਤਨ ਲਾਗੇ ਮੁਖ ਭਾਕਤ, ਹਿਰਦੇ ਹਿਰਦੇ ਨਿਹਾਲ। ਜਦੋਂ ਜੀਵਨ ਦਾ ਤੱਤ ਫਲ ਦੇ ਰੂਪ ਵਿੱਚ ਪ੍ਰਗਟ ਹੋਏਗਾ, ਮਨ ਵਿੱਚ, ਹਿਰਦੇ ਵਿੱਚ ਪ੍ਰਗਟ ਹੋਏਗਾ, ਨਿਹਾਲ ਕਰ ਦੇਗਾ ਜੀਵਨ ਨੂੰ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵੇ ਵਾਪਰਾ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵਾਪਾਰਾ। ਇੱਕ ਨੇ ਕੱਚਾ ਵਪਾਰ ਕੀਤਾ ਹੈ। ਕੱਚਾ ਕੀ ਹੋਇਆ ਮਹਾਰਾਜ? ਜੋ ਮੁੱਕ ਜਾਏਗਾ ਸਮੇਂ ਨਾਲ, ਜੋ ਸਪੇਸ ਟਾਈਮ ਔਰ ਕੌਜ਼ ਦੇ ਅੰਦਰ ਹੈ। ਕੋਈ ਖਿਡੌਣਾ ਹੋਇਆ ਕੁਝ ਮਿੰਟ ਲਈ, ਕੁਝ ਸਾਲ ਲਈ, ਕੁਝ ਜੀਵਨ ਲਈ ਹੋ ਗਿਆ, ਪੂਰੇ ਜੀਵਨ ਲਈ ਹੋ ਗਿਆ। ਸਹੀ, ਜੀਵਨ ਗਿਆ ਤਾਂ ਖਿਡੌਣਾ ਗਿਆ। ਇਹੀ ਤਾਂ ਅਸੀਂ ਕਰਦੇ ਹਾਂ। ਹੋਰ ਠੋਸ ਵਸਤੂ ਲੈਂਦੇ ਹਾਂ, ਹੋਰ ਵੱਡਾ, ਹੋਰ ਇੱਟਾਂ ਨਾਲ ਬਣਾਓ, ਸਾਰਾ ਜੀਵਨ ਚੱਲੇ। ਬਾਹਰਲੇ ਜੀਵਨ ਨੂੰ ਬੜਾ ਠੋਸ ਕਰਨ ਦਾ ਯਤਨ ਕਰਦੇ ਹਾਂ, ਪਰ ਇਹ ਤਾਂ ਸਭ ਛੱਡਣਾ ਹੈ। ਅਸੀਂ ਜਾਣਾ ਕਿੱਥੇ ਹੈ ਫਿਰ? ਉਹਦਾ ਕੀ ਹੋਏਗਾ? ਉਸ ਮਨ ਨੂੰ ਸ਼ਬਦ ਨਾਲ ਇਕਾਗਰ ਕਦੋਂ ਕਰਾਂਗਾ ਕਿ ਇਹਨਾਂ ਸਭ ਤੋਂ ਆਜ਼ਾਦ ਹੋ ਸਕਾਂਗਾ? ਗੱਲ ਤਾਂ ਉਸ ਆਜ਼ਾਦੀ ਦੀ ਹੈ ਜਿੱਥੇ ਇੱਕ ਨਿਰੰਕਾਰ ਦੇ ਐਕਸਪੀਰੀਅੰਸ ਵਿੱਚ ਮਨ ਡੁੱਬ ਗਿਆ ਹੈ ਔਰ ਸਰੀਰ ਤੋਂ ਮੁਕਤ ਹੋ ਗਿਆ ਹੈ। ਇਹ ਵੀ ਹੁੰਦਾ ਹੈ। ਸੰਤਾਂ ਦੇ ਇੱਕ ਆਨੰਦ ਸੇਵਕ ਸਨ, ਬੀਬਾ ਗਾਂਧੀ ਜੀ, ਉਹਨਾਂ ਦੇ ਨਾਲ ਰਹਿੰਦੇ ਸਨ। ਉਹ ਆਸ਼ਰਮ 'ਚ ਨਹੀਂ ਰਹਿੰਦੇ ਸੀ, ਪਰ ਆਉਂਦੇ ਜਾਂਦੇ ਸਨ। ਇੱਕ ਦਿਨ ਗੱਲਾਂ 'ਚ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ। ਉਹ ਕਹਿਣ ਲੱਗੇ ਕਿ ਇੱਕ ਦਿਨ ਮੈਂ ਆਪਣੇ ਗੇਟ 'ਤੇ ਆ ਰਹੀ ਸੀ ਔਰ ਮੈਨੂੰ ਸੰਤਾਂ ਦਾ ਸਰੀਰ ਪ੍ਰਗਟ ਰੂਪ ਵਿੱਚ ਸਾਹਮਣੇ ਨਜ਼ਰ ਆਇਆ। ਨਾਟ ਫਿਜ਼ੀਕਲ ਬਟ ਐਸਟਰਲ, ਪ੍ਰਕਾਸ਼ਮਾਨ ਸਰੀਰ ਨਜ਼ਰ ਆਇਆ ਔਰ ਉਹਦੇ ਨਾਲ ਇੱਕ ਤਾਰ ਜੀ ਸਿਲਵਰ ਦੀ ਜੁੜੀ ਲੱਗਦੀ ਸੀ। ਇਹ ਗੱਲ ਮੈਂ ਬਹੁਤ ਚਿਰ ਬਾਅਦ ਯਾਦ ਕਰਦਾ। ਸਰੀਰ ਤੋਂ ਵੀ ਪਰੇ ਜਾ ਕੇ ਜੀਵਨ ਜੀਆ ਜਾ ਸਕਦਾ ਹੈ, ਪਰ ਇਹ ਬੜੀ ਉੱਚੀ ਹੀ ਅਵਸਥਾ ਹੈ, ਬਹੁਤ ਹੀ ਅੱਗੇ ਦੀ ਗੱਲ ਹੈ। ਪਰ ਮੇਰੇ ਨਾਲ ਇਹ ਨਰੇਟ ਕੀਤੀ ਉਹਨਾਂ ਨੇ, ਤਾਂ ਮੈਂ ਆਪ ਨਾਲ ਸ਼ੇਅਰ ਕਰਦਾ ਹਾਂ ਕਿ ਇਹ ਵੀ ਹੁੰਦਾ ਹੈ, ਪਰ ਉਹ ਬੜੀ ਦੂਰ ਦੀ ਗੱਲ ਹੈ। ਇਸ ਨਾਲ ਡਿਸਟਰੈਕਟ ਨਹੀਂ ਹੋਣਾ ਹੈ। ਅਸੀਂ ਤਾਂ ਪਹਿਲਾ ਕਦਮ ਨਿਰੰਕਾਰ ਵੱਲ ਰੱਖਣਾ ਹੈ, ਉਹਦੇ ਵੱਲ ਜਾਣਾ ਹੈ ਮਹਾਰਾਜ, ਉਹਦੇ ਪ੍ਰੇਮ ਨੂੰ ਪਾਣਾ ਹੈ ਔਰ ਇਹ ਪ੍ਰੇਮ ਹੀ ਜਿੱਤ ਹੋਏਗਾ। ਇਸ ਜੀਵਨ ਦੀ ਹਾਰ ਔਰ ਜਿੱਤ ਇੱਥੇ ਹੀ ਹੈ ਕਿ ਗੁਰੂ ਦਾ ਪ੍ਰੇਮ ਕਿਸਨੇ ਕਮਾਇਆ ਹੈ। ਇੱਥੇ ਸਭ ਲਿਖਿਆ ਹੈ, ਕਿਉਂਕਿ ਪ੍ਰੇਮ ਵਿੱਚ ਸਭ ਵਰਕੇ ਪਟ ਜਾਂਦੇ ਹਨ। ਪ੍ਰੇਮ ਵਿੱਚ ਆਜ਼ਾਦੀ ਆ ਜਾਂਦੀ ਹੈ ਜੀਵਨ ਵਿੱਚ, ਕਰਮਾਂ ਨਾਲ ਨਹੀਂ ਆਉਂਦੀ ਹੈ।
ਗੁਰੂ ਅਮਰਦਾਸ ਸਾਨੂੰ ਰਤਨ ਦੀ ਗੱਲ ਕਰ ਰਹੇ ਹਨ। ਸਤਿਗੁਰ ਤੁਠੇ ਭਾਈਨ ਅੰਦਰ ਰਤਨ ਭੰਡਾਰਾ। ਇੱਕ ਰਤਨ ਦਾ ਭੰਡਾਰਾ ਹੈ ਅੰਦਰ। ਮੈਂ ਕੀ ਕਰਦਾ ਹਾਂ ਉਸ ਰਤਨ ਬਾਰੇ, ਤੁਸੀਂ ਕੀ ਕਰ ਰਹੇ ਹੋ, ਸਾਨੂੰ ਸਾਰਿਆਂ ਨੇ ਵਿਚਾਰਨਾ ਹੈ। ਇੱਕ ਰਤਨ ਹੈ ਸਾਡੇ ਨਾਲ, ਅਸੀਂ ਉਹਦੇ ਬਾਰੇ ਕੀ ਕਰਦੇ ਹਾਂ, ਅਸੀਂ ਕਿਤਨਾ ਸਮਾਂ ਦੇ ਰਹੇ ਹਾਂ, ਕਿਤਨਾ ਫੋਕਸ ਦੇ ਰਹੇ ਹਾਂ। ਔਰ ਉਸ ਰਤਨ ਨੂੰ ਨਾ ਪਾਇਆ ਤਾਂ ਸਭ ਰਾਖ ਹੋ ਜਾਣਾ ਹੈ। ਫਿਰ ਜਿਸ ਚੀਜ਼ 'ਤੇ ਪੂਰੀ ਸ਼ਕਤੀ ਲਗਾ ਦਿਆਂਗੇ ਆਜੀਵਨ ਉਹਨੂੰ ਕ੍ਰੀਏਟ ਕਰਨ ਔਰ ਸੰਭਾਲਣ ਦੇ ਵਿੱਚ, ਉਸੇ ਨੂੰ ਛੱਡ ਕੇ ਜਾਵਾਂਗੇ। ਫਿਰ ਕਾਹਦੇ ਲਈ ਕਰਦੇ ਪਏ ਹਾਂ, ਇਹ ਸਾਨੂੰ ਆਪਣੇ ਆਪ ਨੂੰ ਪੁੱਛਣਾ ਹੈ। ਕਾਲ ਦਾ ਤਾਂ ਕੋਈ ਪਤਾ ਨਹੀਂ ਹੈ ਕਿਸੇ ਦਾ। ਗੁਰੂ ਨਾਨਕ ਸਾਹਿਬ ਨੇ ਤੇ ਇੱਕ ਦਮ ਵਿੱਚ ਹੀ ਗੱਲ ਮੁਕਾ ਦਿੱਤੀ ਹੈ। ਹਮ ਆਦਮੀ ਹਾਂ ਇੱਕਦਮੀ, ਇੱਕ ਸਵਾਸ ਦੇ ਬੰਦੇ ਹਾਂ। ਅਗਲਾ ਆਏਗਾ ਕਿ ਨਹੀਂ ਪਤਾ ਨਹੀਂ ਹੈ, ਪਰ ਅਸੀਂ ਕਿਤਨੀ ਹੀ ਸ਼ਕਤੀ ਲਗਾਉਂਦੇ ਹਾਂ ਜੀਵਨ ਦੀ ਟੂ ਕ੍ਰੀਏਟ ਆਰ ਸਰਾਊਂਡਿੰਗ ਇਨਵਾਇਰਮੈਂਟ। ਮਨ ਦੇ ਇਨਵਾਇਰਮੈਂਟ ਦੀ ਗੱਲ ਕਿੱਥੇ ਗਈ? ਜੋ ਅਸਲ ਰਤਨ ਹੈ ਜੀਵਨ ਦਾ, ਉਹ ਤਾਂ ਗਵਾਚ ਹੀ ਗਿਆ ਹੈ, ਉਹ ਤਾਂ ਹੱਥੋਂ ਨਿਕਲ ਗਿਆ ਮਹਾਰਾਜ। ਉਹਦੇ ਬਾਰੇ ਕੀ ਕਰਾਂਗੇ ਮਹਾਰਾਜ? ਉਸ ਰਤਨ ਨੂੰ ਅਗਰ ਨਾ ਪਾਇਆ ਤਾਂ ਕੁਛ ਵੀ ਨਾ ਪਾਇਆ, ਸਮੇਂ ਦੇ ਵਿੱਚ ਤਾਂ ਕੁਛ ਵੀ ਨਹੀਂ ਪਾਇਆ। ਥੋੜੇ ਸਮੇਂ ਲਈ ਹੈ, ਫਿਰ ਫਸਟ ਕਲਾਸ ਦਾ ਟਿਕਟ ਹੈ, ਪਰ ਇਹ ਪਲੇਨ ਕਦੇ ਲੈਂਡ ਨਹੀਂ ਕਰੇਗਾ, ਕ੍ਰੈਸ਼ ਲੈਂਡਿੰਗ ਹੈ ਇਹਦੀ। ਇਸ ਰਤਨ ਦੀ ਗੱਲ ਜਿਸ ਨੇ ਕਮਾਈ, ਗੁਰੂ ਕਹਿੰਦਾ ਉਹ ਹਨ ਭਲੇ, ਉਹ ਹਨ ਭਲੇ ਵਣਜਾਰੇ। ਦੇ ਆਰ ਦਾ ਰਾਈਟ ਟਰੇਡਰਸ। ਉਹਨਾਂ ਨੇ ਸੌਦਾ ਪੱਕਾ ਕੀਤਾ ਹੈ, ਦੂਸਰੇ ਤਾਂ ਕੱਚਾ ਸੌਦਾ ਕਰ ਰਹੇ ਹਨ। ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੇ ਦੇ ਵਪਾਰਾ। ਅਸੀਂ ਕੱਚੇ ਦੇ ਵਪਾਰੀ ਹਾਂ ਕਿ ਰਤਨ ਦੇ। ਇਹ ਫੈਸਲਾ ਮੈਂ ਕਰਨਾ ਹੈ, ਤੁਸੀਂ ਕਰਨਾ ਹੈ। ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ, ਇੱਥੇ ਸਿੱਖ ਬਣਦਾ ਹੈ। ਗੁਰੂ ਤਾਂ ਜਵਾਬ ਹੈ, ਪ੍ਰਸ਼ਨ ਤਾਂ ਮੈਂ ਪੁੱਛਣਾ ਹੈ। ਅਗਰ ਗੁਰੂ ਨੂੰ ਲੱਭਾਂਗਾ ਨਹੀਂ ਤਾਂ ਗੁਰੂ ਜੀਵਨ ਵਿੱਚ ਕਿਵੇਂ ਆਏਗਾ? ਸਤਿਗੁਰ ਤੁਠੇ ਭਾਈਨ ਅੰਦਰ ਰਤਨ ਭੰਡਾਰਾ। ਅੰਦਰ ਹੈ ਰਤਨ ਦਾ ਭੰਡਾਰ। ਗੁਰੂ ਅਮਰਦਾਸ ਸਾਨੂੰ ਉਸ ਰਤਨ ਵੱਲ ਪ੍ਰੇਰ ਰਹੇ ਹਨ। ਰਾਗ ਰਤਨ ਪਰੀਆਂ ਪਰਵਾਰ, ਤਿਸ ਵਿੱਚ ਉਪਜੇ ਅੰਮ੍ਰਿਤਸਾਰ। ਅਸੀਂ ਉਸ ਅੰਮ੍ਰਿਤ ਦੇ ਵਪਾਰੀ ਹਾਂ ਮਹਾਰਾਜ। ਸਾਚ ਵੱਖਰ ਕੇ ਹਮ ਵਣਜਾਰੇ, ਸਾਡਾ ਗੁਰੂ ਕਹਿੰਦਾ ਹੈ। ਅਸੀਂ ਸੱਚ ਨੂੰ ਲੱਭਦੇ ਹਾਂ। ਗੁਰਮੁਖ ਖੋਜਤ ਪਏ ਉਦਾਸੀ। ਗੁਰੂ ਨੂੰ ਪੁੱਛਦੇ ਹਨ ਸਿੱਧ ਕੇ ਉਦਾਸੀ ਤੇ ਕਿਉਂ ਨਿਕਲੇ ਹੋ ਮਹਾਰਾਜ? ਕਾਹਦੇ ਲਈ ਕੱਪੜੇ ਬਦਲ ਕੇ ਟੁਰ ਪਏ ਹੋ? ਕੀ ਕਰਨਾ ਹੈ? ਕਿਸੇ ਨੇ ਬੁਲਾਇਆ ਮੀਟਿੰਗ ਤੇ? ਕੋਈ ਏਜੰਡਾ ਹੈ? ਸੋਚਣਾ ਇਸ ਗੱਲ ਨੂੰ। ਬਿਨਾਂ ਕਿਸੇ ਏਜੰਡੇ ਦੇ ਗੁਰੂ ਨਿਕਲ ਗਿਆ ਹੈ ਇਤਨੀ ਵੱਡੀ ਉਦਾਸੀਆਂ ਤੇ, ਬਿਨਾਂ ਕੋਈ ਡਾਇਰੈਕਸ਼ਨ ਬਣਾਏ। ਸੋਚਿਆ ਤੇ ਹੋਏਗਾ ਕਿੱਧਰ ਜਾਣਾ ਹੈ, ਪਰ ਕੋਈ ਵੈਸਾ ਏਜੰਡਾ ਨਹੀਂ ਹੈ ਮਨ ਵਿੱਚ ਕਿ ਕੋਈ ਮਿਲਣ ਆ ਰਿਹਾ ਹੈ ਤੁਹਾਨੂੰ। ਕਾਹਦੇ ਲਈ ਗਏ ਹਨ? ਗੁਰੂ ਕਹਿੰਦਾ ਗੁਰਮੁਖ ਖੋਜਤ ਪਏ ਉਦਾਸੀ। ਮੈਂ ਉਸ ਨੂੰ ਲੱਭਦਾ ਹਾਂ ਜੋ ਸੱਤ ਦਾ ਵਪਾਰੀ ਹੈ। ਮੈਂ ਉਸ ਨੂੰ ਲੱਭਣ ਨਿਕਲਿਆ ਹਾਂ, ਅਸੀਂ ਨਹੀਂ ਨਿਕਲੇ ਹਾਂ। ਅਗਰ ਅਸੀਂ ਨਿਕਲਾਂਗੇ ਤੇ ਗੁਰੂ ਮਿਲ ਜਾਏਗਾ ਸਾਨੂੰ, ਕਿਉਂਕਿ ਗੁਰੂ ਲੱਭਦਾ ਹੈ। then we will meet at one point, ਕਿਉਂਕਿ ਫਿਰ ਡਾਇਰੈਕਸ਼ਨ ਸਾਡੀ ਕਾਮਨ ਹੈ। ਗੁਰੂ ਲੱਭਦਾ ਹੈ ਉਸ ਨੂੰ ਜੋ ਸੱਤ ਲੱਭਦਾ ਹੈ ਮਹਾਰਾਜ। ਕੀ ਮੈਂ ਸੱਤ ਲੱਭਦਾ ਹਾਂ ਜਾਂ ਨਹੀਂ ਲੱਭਦਾ? ਇਹ ਮੈਂ ਪ੍ਰਸ਼ਨ ਆਪਣੇ ਆਪ ਨੂੰ ਪੁੱਛਣਾ ਹੈ ਹਜ਼ੂਰ। ਤਿਸ ਵਿੱਚ ਉਪਜੇ ਅੰਮ੍ਰਿਤਸਾਰ, ਨਾਨਕ ਕਰਤੇ ਕੀ ਇਹ ਧਨ ਮਾਲ, ਜੇ ਕੋ ਬੂਝੇ ਇਹ ਵਿਚਾਰ। ਇਹ ਹੈ ਧਨ ਔਰ ਮਾਲ ਜੀਵਨ ਦਾ। ਇਹ ਹੈ ਸ਼ਿਖਰ, ਇਹ ਹੈ ਆਨੰਦ, ਇਹ ਹੈ ਇਸ ਜੀਵਨ ਦਾ ਕਰਕਸ, ਜਿੱਥੇ ਇਹ ਛੱਡ ਕੇ ਵੀ ਇਹਦੇ ਵਿੱਚ ਵੀ ਜੀ ਲਵਾਂਗੇ ਔਰ ਇਸ ਤੋਂ ਬਾਅਦ ਵੀ ਆਜ਼ਾਦ ਜੀਆਂਗੇ। ਫਿਰ ਇਹ ਸਭ ਕੁਝ ਮੀਨਿੰਗਫੁਲ ਹੋ ਜਾਂਦਾ ਹੈ। ਫਿਰ ਇਹ ਕਿਧਰੇ ਨਹੀਂ ਜਾਂਦਾ ਹੈ। ਫਿਰ ਇਹ ਸਦਾ ਦੀ ਗੱਲ ਚੱਲ ਪਈ ਹੈ। ਨਾਨਕ ਭਗਤਾ ਸਦਾ ਵਿਗਾਸ। ਗੁਰੂ ਸਾਨੂੰ ਉਸ ਪ੍ਰੇਮ ਨੂੰ ਪ੍ਰੇਰਦਾ ਹੈ ਜਿਹੜਾ ਜੀਵਨ ਦੀ ਕੰਡੀਸ਼ਨਸ ਤੋਂ ਆਜ਼ਾਦ ਕਰਦਾ ਹੈ। ਉਸ ਆਨੰਦ ਨੂੰ ਜੀਵਨ ਵਿੱਚ ਪ੍ਰਗਟ ਕਰਨਾ ਚਾਹੁੰਦਾ ਹੈ ਜਿਹੜਾ ਸਦਾ ਲਈ ਹੈ। ਜੀਵਨ ਦੇ ਰਾਜ ਤਖਤਾਂ ਤੋਂ ਬਹੁਤ ਜ਼ਿਆਦਾ ਵੈਲਿਊਬਲ ਵਸਤੂ ਗੁਰੂ ਸਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ। ਔਰ ਇਸ 20ਵੀਂ ਪੌੜੀ ਵਿੱਚ
ਗੁਰੂ ਉਸ ਰਤਨ ਦੀ ਗੱਲ ਚਲਾ ਚੁੱਕੇ ਹਨ ਸਾਡੇ ਨਾਲ। ਆਓ ਉਸ ਰਤਨ ਨੂੰ ਕਮਾਈਏ ਮਹਾਰਾਜ। ਮੈਂ ਵੀ ਯਤਨ ਕਰਾਂ, ਮੈਂ ਵੀ ਤਾਂ ਭਟਕਿਆ ਹਾਂ ਮਹਾਰਾਜ, ਮੈਨੂੰ ਵੀ ਕਮਾਣਾ ਹੈ। ਕਹੇ ਨਾਨਕ ਜਿਨ ਮਨ ਨਿਰਮਲ। ਹੁਣ ਜਿਨ੍ਹਾਂ ਨੇ ਉਸ ਇਕਾਗਰਤਾ ਵਿੱਚ ਮਨ ਨੂੰ ਪਾ ਲਿਆ, ਕੜੀਏ ਸ਼ਬਦ ਸੱਚੀ ਟਕਸਾਲ, ਸਦਾ ਰਹੇ ਗੁਰ ਨਾਲੇ, ਉਹਨਾਂ ਦੇ ਨਾਲ ਫਿਰ ਸਦਾ ਹੈ। ਇਹ ਗੱਲ ਹੁਣ ਸਮਝਣੀ ਹੈ ਕਿ ਉਹ ਜਿਹੜਾ ਜੀਵਨ ਹੈ ਸਦਾ ਲਈ ਹੈ, ਇਹ ਟੈਂਪਰਰੀ ਹੈ। ਉਹ ਜਿਹੜਾ ਜੀਵਨ ਹੈ ਉਹ ਇੱਕ ਦਿਨ ਛੱਡ ਕੇ ਜਾਣਾ ਹੈ। ਇਹ ਜਿਹੜਾ ਜੀਵਨ ਹੈ ਇੱਥੇ ਗੁਰੂ ਨਾਲ ਸਦਾ ਲਈ ਮਿਲਣ ਹੈ। 20ਵੀਂ ਪੌੜੀ ਦੀ ਇਹ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ। ਭੁੱਲਾਂ ਚਿੱਕਾਂ ਮੇਰੀਆਂ क्षमा ਕਰ ਦੇਣਾ ਮਹਾਰਾਜ। ਇਸ ਸਮੇਂ ਦੀ ਹੇਰ ਫੇਰ ਮੇਰੀ ਦੋਸ਼ ਹੈ, ਮੇਰਾ ਦੋਸ਼ ਹੈ, ਮੈਨੂੰ ਮਾਫੀ ਦੇਣਾ ਇਹਦੇ ਲਈ। ਗੁਰੂ ਅਮਰਦਾਸ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਮ ਗੁਰੂ ਸਾਹਿਬਾਨ ਨੂੰ ਅਰਦਾਸ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਮੇਰੀ ਸੁਰਤ ਵਿੱਚ ਸ਼ਬਦ ਵਸ ਜਾਏ। ਜਿਨ ਕੋ ਨਜ਼ਰ ਕਰਮ ਤਿਨਕਾਰ। ਨਾਮ ਕਮਾਈਏ ਮਹਾਰਾਜ। ਇਹ ਪ੍ਰੇਰਨਾ ਮੈਨੂੰ ਹੋਏ, ਆਪ ਨੂੰ ਹੋਏ, ਸਭ ਨੂੰ ਹੋਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।